ਸਤਿ ਸ਼੍ਰੀ ਅਕਾਲ ਜੀ। ਮੈਂ ਹਰਮਨਦੀਪ ਸਿੰਘ। ਮੈਂ ਆਪਣੇ ਵੱਲੋਂ ਥੋੜ੍ਹਾ ਜਿਹਾ ਪਹਿਲੇ ਦੱਸਦਾ ਕਿ ਨਾ ਹੀ ਮੈਂ ਕੋਈ ਵਕੀਲ ਹਾਂ, ਨਾ ਹੀ ਮੈਂ ਕੋਈ ਹੋਰ ਕਿਸੇ ਮੰਤਰੀ ਦੇ ਨਾਲ, ਕਿਸੇ ਲੀਡਰ ਦੇ ਨਾਲ ਸੰਬੰਧ ਰੱਖਦਾ। ਮੈਂ ਇੱਕ ਛੋਟਾ ਜਿਹਾ ਨੌਕਰੀ ਪੇਸ਼ੇ ਵਾਲਾ ਬੰਦਾ ਅਤੇ ਕਿਸਾਨ ਦਾ ਪੁੱਤਰ ਹਾਂ, ਖੁਦ ਕਿਸਾਨ ਹਾਂ। ਬੜੇ ਦਿਨਾਂ ਤੋਂ ਅਸੀਂ ਸੁਣ ਰਹੇ ਹਾਂ, ਸਾਰੇ ਜਾਣੇ ਦੇਖ ਰਹੇ ਹਾਂ ਕਿ ਬੜੇ ਹੀ ਰੌਲੇ ਪੈ ਰਹੇ ਆ, ਕਿੱਦਾਂ ਕਿਸਾਨ ਜਿਹੜੇ ਉੱਥੇ ਸ਼ਹੀਦੀਆਂ ਪ੍ਰਾਪਤ ਕਰ ਰਹੇ ਨੇ, ਕਿੱਦਾਂ ਉੱਥੇ ਬੈਠ ਕੇ ਉੱਥੇ ਕਿੰਨੀ ਠੰਡ ਦੇ ਵਿੱਚ ਕਿੱਦਾਂ ਔਖਾ ਸਮਾਂ ਚੱਲ ਰਿਹਾ ਵਾ। ਮੈਂ ਬੜਾ ਕੁਝ ਸੁਣਿਆ ਅਤੇ ਸਾਰੀਆਂ ਵੀਡੀਓਜ਼ ਜਿਹੜੇ ਬੜੇ ਸਿਆਣੇ ਕਈ ਵਕੀਲਾਂ ਨੇ ਹਰ ਤਰੀਕੇ ਨਾਲ ਕਿਸੇ ਨਾ ਕਿਸੇ ਨਾਲ ਕੋਈ ਵੀਡੀਓ ਸ਼ੇਅਰ ਹੋਈ ਹੈ, ਪਰ ਹਰ ਵੀਡੀਓ ਦੇ ਵਿੱਚ ਜੇ ਆਪਾਂ ਗੱਲ ਕਰੀਏ ਕੰਪਲੀਟ ਕੁਝ ਨਹੀਂ ਹੈਗਾ। ਕੰਪਲੀਟ ਕਹਿਣ ਤੋਂ ਭਾਵ ਕਿ ਇਹ ਇੱਕ ਬੜਾ ਵੱਡਾ ਮੁੱਦਾ ਵਾ। ਜੇ ਕਿਸੇ ਇੱਕ ਵੀਡੀਓ ਦੇ ਵਿੱਚ ਇਹਨੂੰ ਰੱਖਣਾ ਹੋਵੇ ਤਾਂ ਵਾਕਿਆ ਹੀ ਔਖੀ ਗੱਲ ਹੈ, ਸਾਰਿਆਂ ਵਾਸਤੇ ਔਖੀ ਗੱਲ ਹੈਗੀ ਹੈ। ਪਰ ਮੈਂ ਕੋਸ਼ਿਸ਼ ਕਰ ਰਿਹਾ ਵਾਂ ਕਿ ਇਸ ਵੀਡੀਓ ਦੇ ਵਿੱਚ ਜਿੰਨੇ ਵੀ ਮੈਕਸੀਮਮ ਹੋ ਸਕਦਾ ਵੱਧ ਤੋਂ ਵੱਧ ਮੈਂ ਸਾਰਾ ਜੋ ਵੀ ਹੈ ਰੌਲਾ ਰੱਪਾ ਪਿਆ ਹੋਇਆ, APMC ਕੀ ਹੈਗੀ ਹੈ, MSP ਕੀ ਹੈਗੀ ਹੈ, ਜਾਂ 3 ਕਾਨੂੰਨ ਕਿਹੜੇ ਹਨ, ਇਹਨਾਂ ਨੂੰ ਥੋੜ੍ਹਾ ਡੀਪਲੀ ਦੱਸਾਂਗਾ। ਅਤੇ ਇੱਕ ਉਮੀਦ ਕਰਾਂਗਾ ਕਿ ਤੁਸੀਂ ਇਹ ਵੀਡੀਓ ਜੇ ਪੂਰੀ ਦੇਖੋਗੇ ਤਾਂ ਜ਼ਰੂਰ ਜੋ ਕੁਝ ਹੁਣ ਤੱਕ ਤੁਸੀਂ ਸੁਣਿਆ ਹੋਏਗਾ ਉਸ ਤੋਂ ਇਲਾਵਾ ਤੁਹਾਨੂੰ ਸੁਣਨ ਨੂੰ ਮਿਲੇਗਾ। ਅਤੇ ਜੇ ਤੁਸੀਂ ਉਹ ਸੁਣੋਗੇ ਤਾਂ ਕੱਲ੍ਹ ਨੂੰ ਜਿਹੜੀਆਂ ਜਥੇਬੰਦੀਆਂ ਉੱਤੇ ਅੱਗੇ ਮੂਹਰੇ ਹੋ ਕੇ ਇੰਨੇ ਸਟਰਗਲ ਕਰ ਰਹੀਆਂ, ਜੇ ਉਹ ਕੋਈ ਸਲਾਹ ਮੰਗਦੀਆਂ ਤਾਂ ਤੁਸੀਂ ਉਹਨਾਂ ਨੂੰ ਸਲਾਹ ਦੇ ਸਕਦੀਆਂ। ਵੈਸੇ ਅਸੀਂ ਉਹਨਾਂ ਸਾਰਾ ਸਾਥ ਦੇਣਾ, ਅਸੀਂ ਸਲਾਹ ਨਹੀਂ ਦੇਣੀ। ਹੁਣ ਅਸੀਂ ਮੁੱਦੇ 'ਤੇ ਆਈਏ ਕਿ ਪਹਿਲੇ ਸਾਡਾ ਮੁੱਦਾ ਸਭ ਤੋਂ ਪਹਿਲੇ, ਜੇ ਕਿਸਾਨਾਂ ਨੂੰ ਕਈ ਵਾਰੀ ਕਿਹਾ ਜਾਂਦਾ, ਇਲਜ਼ਾਮ ਲੱਗਦੇ ਕਿ ਕਿਸਾਨਾਂ ਨੂੰ ਪਤਾ ਨਹੀਂ ਜੀ, ਕਿਸਾਨ ਤੇ ਕਿਸੇ ਦੇ ਸਿੱਖੇ ਸਿਖਾਏ ਜੀ ਉੱਥੇ ਚਲੇ ਗਏ ਆ, ਕਿਸਾਨਾਂ ਨੂੰ ਤੇ MSP ਦਾ ਨਹੀਂ ਪਤਾ, ਇਹ ਕਿਸਾਨਾਂ ਨੂੰ ਕਹਿੰਦੇ ਜੀ MSP ਦਾ ਨਹੀਂ ਪਤਾ। ਹੁਣ ਅਸੀਂ MSP ਦੀ ਗੱਲ ਕਰੀਏ, MSP ਕੀ ਹੈ? ਜੇ ਤੇ ਅਸੀਂ ਇਹਦਾ ਅੰਗਰੇਜ਼ੀ ਦਾ ਮਤਲਬ ਸਮਝੀਏ ਕਿ M ਤੋਂ ਭਾਵ ਕੀ ਹੈ, S ਤੋਂ ਭਾਵ ਕੀ ਹੈ ਅਤੇ P ਤੋਂ ਭਾਵ ਕੀ ਹੈ, ਤੇ ਫਿਰ ਅਸੀਂ ਨੈਚੁਰਲੀ ਕਨਫਿਊਜ਼ ਹੋ ਜਾਵਾਂਗੇ। ਪਰ ਜਦੋਂ ਸਾਨੂੰ ਇਹਦੇ ਬਾਰੇ ਪੂਰਾ ਡੀਪਲੀ ਪਤਾ ਹੋਵੇਗਾ ਕਿ ਇਹ MSP ਕਿਉਂ ਹੈ, ਕਦੋਂ ਤੋਂ ਲਾਗੂ ਹੋਈ, ਕਿਉਂ ਲਾਗੂ ਹੋਈ ਅਤੇ ਕੀ ਹੈਗੀ ਹੈ ਅਸੀਂ ਸਾਡੇ ਹੀ ਰੋਜ਼ ਇਹਨੂੰ ਵਰਤਦੇ ਹਾਂ, ਪਰ ਆਪਾਂ ਥੋੜ੍ਹਾ ਜਿਹਾ ਸਮਝੀਏ। ਹੁਣ ਸਮਝਣਾ ਸੀ ਇੱਦਾਂ ਕਿ ਜਿਹੜੀ ਇਹ MSP ਹੈਗੀ ਹੈ, ਇਹਦਾ ਫੁੱਲ ਫਾਰਮ ਮੈਂ ਤੁਹਾਨੂੰ ਬਾਅਦ ਦੱਸੂਗਾ। ਪਰ MSP ਜਿਹੜੀ ਲਿਆਉਣ ਦਾ ਕਾਰਨ ਕੀ ਸੀ, ਕਿਉਂ ਲਿਆਈ ਗਈ? ਸਾਡਾ ਜਿਹੜਾ ਦੇਸ਼, ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਦੇਸ਼ ਜਿਹੜਾ ਆਜ਼ਾਦ ਹੋਇਆ 1947 ਦੇ ਵਿੱਚ। 1947 ਦੇ ਵਿੱਚ ਸਾਡਾ ਦੇਸ਼ ਆਜ਼ਾਦ ਹੋਇਆ, ਅਤੇ ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ ਉਸ ਵੇਲੇ ਵੀ ਬੜੇ ਦੰਗੇ ਹੋਏ ਸੀ, ਅੰਗਰੇਜ਼ ਗਏ ਸੀ, ਹੋਰ ਬੜੇ ਮਸਲੇ ਸੀ ਜਿਹੜੇ ਕਿ ਮੈਂ ਸਾਰੇ ਡਿਸਕਸ ਨਹੀਂ ਕਰ ਸਕਦਾ। ਪਰ ਤੁਸੀਂ ਸਮਝ ਲਓ ਕਿ 1947 ਤੋਂ ਬਾਅਦ ਵਿੱਚ ਦੇਸ਼ ਦੀ ਹਾਲਾਤ ਜਿਹੜੀ ਬਹੁਤ ਵਿਗੜ ਗਈ ਸੀ। ਸ਼ਾਹੂਕਾਰਾਂ ਨੇ ਇੱਥੇ ਆ ਕੇ, ਜਿਹੜੇ ਸ਼ਾਹੂਕਾਰ ਜਿਹੜੇ ਥੋੜ੍ਹੇ ਪੁਰਾਣੇ ਠੀਕ ਸੀ, ਉਹਨਾਂ ਨੇ ਬੜਾ ਜ਼ਿਮੀਂਦਾਰਾਂ ਦਾ ਸ਼ੋਸ਼ਣ ਕੀਤਾ ਸੀ, ਜਿਹੜਾ ਲੇਬਰ ਦਾ ਸ਼ੋਸ਼ਣ ਕੀਤਾ ਸੀ। ਅਤੇ ਇਹ ਜਿਹੜਾ ਸਾਰਾ ਜਿਹੜਾ ਸਿਸਟਮ ਜਿਹੜਾ ਬਹੁਤ ਜ਼ਿਆਦਾ ਡੋਲ ਗਿਆ ਸੀ। ਦੇਸ਼ ਦੇ ਵਿੱਚ ਇੱਕ ਭੁੱਖਮਰੀ ਦੀ ਸਥਿਤੀ ਪੈਦਾ ਹੋ ਗਈ ਸੀ। ਲੋਕਾਂ ਨੂੰ ਖਾਣ ਵਾਸਤੇ ਪੂਰਾ ਅਨਾਜ ਨਹੀਂ ਸੀ ਮਿਲ ਰਿਹਾ, ਬੜੀ ਹੀ ਜਨਤਾ ਭੁੱਖਮਰੀ ਦੇ ਨਾਲ ਮਰਨੀ ਸ਼ੁਰੂ ਹੋ ਗਈ ਸੀ। ਉਸ ਵੇਲੇ ਫਿਰ ਕੀ ਹੋਇਆ ਕਿ ਜਿਹੜੇ ਸਾਡੇ ਸੂਝਵਾਨ ਸੀ, ਇਹਨਾਂ ਨੇ ਬੜੀ ਕੋਸ਼ਿਸ਼ ਕਰਕੇ ਇੱਕ ਕਾਨੂੰਨ ਲੈ ਕੇ ਆਂਦਾ ਕਿ ਜਿਹੜੇ ਕਾਲਾ ਬਾਜ਼ਾਰੀ ਕਰਦੇ ਆ। ਹੁਣ ਕਾਲਾ ਬਾਜ਼ਾਰੀ ਦੇ ਬਾਰੇ ਅਸੀਂ ਥੋੜ੍ਹਾ ਸਮਝ ਲਈਏ। ਕਾਲਾ ਬਾਜ਼ਾਰੀ ਕੀ ਹੈ ਕਿ ਜਿਹੜੇ ਲੋਕ, ਕਈ ਲੋਕ ਜਿਨ੍ਹਾਂ ਕੋਲ ਪੈਸਾ ਹੁੰਦਾ, ਉਹ ਕੋਈ ਚੀਜ਼ ਇਕੱਠੀ ਕਰਕੇ ਰੱਖ ਲੈਂਦੇ ਆ। ਜਿਹੜੀ ਕੋਈ ਬਹੁਤ ਜ਼ਰੂਰੀ ਚੀਜ਼ ਹੁੰਦੀ ਹੈ ਕਿ ਜਿਹੜੀ ਲੋਕਾਂ ਨੇ ਲੈਣੀ ਹੀ ਲੈਣੀ ਹੈਗੀ ਹੈ, ਉਹਨੂੰ ਇਕੱਠੀ ਕਰਕੇ ਰੱਖ ਲੈਂਦੇ ਆ। ਜਿੱਦਾਂ ਹੁਣ ਅਸੀਂ ਦੇਖ ਸਕਦੇ ਹਾਂ, ਥੋੜ੍ਹੀ ਦੇਰ ਪਹਿਲੇ ਜਦੋਂ ਕਰੋਨਾ ਆਇਆ ਸੀ, ਅਤੇ ਕਈ ਜਿਹੜੇ ਮੈਡੀਕਲ ਸਟੋਰ ਵਾਲੇ, ਉਹਨਾਂ ਨੇ ਸੈਨੀਟਾਈਜ਼ਰ ਜਾਂ ਫਿਰ ਜਿਹੜੇ ਮਾਸਕ ਸੀ, ਇਹਨਾਂ ਨੇ ਸਟੋਰ ਕਰਨਾ ਸ਼ੁਰੂ ਕਰ ਦਿੱਤਾ ਸੀ ਕਿ ਜਦੋਂ ਮਹਿੰਗਾ ਹੋਏਗਾ ਅਤੇ ਉਦੋਂ ਅਸੀਂ ਇਹਨਾਂ ਨੂੰ ਵੇਚਾਂਗੇ। ਪਰ ਸਰਕਾਰ ਨੇ ਉਸ ਵਿੱਚ ਐਂਟਰ ਕੀਤਾ। ਸਰਕਾਰ ਨੇ ਇਹਨਾਂ ਚੀਜ਼ਾਂ ਨੂੰ ਜਿਹੜੀ ਐਸੈਂਸ਼ੀਅਲ ਕਮੋਡਿਟੀ ਐਕਟ ਹੈਗਾ 1955 ਦੇ ਵਿੱਚ ਬਣਾਇਆ ਸੀ, ਉਹਨਾਂ ਦੇ ਵਿੱਚ ਪਾਤਾ ਕਿ ਜਿਹੜਾ ਵੀ ਬੰਦਾ ਲੋੜ ਲਿਮਟ ਨਾਲੋਂ ਵੱਧ ਇਹ ਚੀਜ਼ਾਂ ਦਾ ਭੰਡਾਰਨ ਕਰੇਗਾ, ਸਟਾਕ ਕਰੇਗਾ, ਅਤੇ ਬਾਅਦ 'ਚ ਮਹਿੰਗੀਆਂ ਕੀਮਤਾਂ ਵੇਚਣ ਦੀ ਕੋਸ਼ਿਸ਼ ਕਰੇਗਾ, ਅਤੇ ਉਹਨੂੰ ਜਿਹੜਾ ਸਜ਼ਾ ਦਾ ਪਾਤਰ ਹੈ, ਉਹਨੂੰ ਸਜ਼ਾ ਮਿਲੇਗੀ, ਉੱਤੇ ਕੇਸ ਹੋਏਗਾ। ਹੁਣ ਸਰਕਾਰ ਨੇ ਜਦੋਂ ਦੇਸ਼ 1947 ਦੇ ਵਿੱਚ ਆਜ਼ਾਦ ਹੋਇਆ, ਉਸ ਤੋਂ ਬਾਅਦ ਵਿੱਚ ਸਰਕਾਰ ਨੇ ਇੱਕ ਐਕਟ ਬਣਾਇਆ, ਐਸੈਂਸ਼ੀਅਲ ਕਮੋਡਿਟੀ ਐਕਟ 1955। 1955 ਦੇ ਵਿੱਚ ਐਕਟ ਬਣਾਇਆ ਤਾਂ ਕਰਕੇ ਕਿ ਲੋਕ ਜਿਹੜੇ ਕਾਲਾ ਬਾਜ਼ਾਰੀ ਸ਼ਾਹੂਕਾਰ ਕਰ ਰਹੇ ਸੀ, ਤਗੜੇ ਜਿਹੜੇ ਬਿਜ਼ਨਸਮੈਨ ਸ਼ਾਹੂਕਾਰ ਇਹ ਕਰ ਰਹੇ ਸੀ, ਇਹ ਨਾ ਕਰ ਸਕਣ। ਪਰ ਇਹਦਾ ਵੀ ਕੋਈ ਬਹੁਤਾ ਫਾਇਦਾ ਨਹੀਂ ਹੋਇਆ। ਥੋੜ੍ਹਾ ਬਹੁਤਾ ਇਸ ਚੀਜ਼ ਨੇ ਫਾਇਦਾ ਦਿੱਤਾ, ਪਰ ਬਹੁਤਾ ਫਾਇਦਾ ਨਹੀਂ ਹੋਇਆ, ਕਿਉਂਕਿ ਸਾਡੇ ਦੇਸ਼ ਦੇ ਵਿੱਚ ਅਨਾਜ ਜਿਹੜਾ ਹੈ ਹੀ ਘੱਟ ਸੀ। ਉਸ ਵੇਲੇ ਵੀ ਜਿਹੜੀ ਦੇਸ਼ ਦੀ ਜਨਸੰਖਿਆ ਸੀ ਉਹ ਕਰੋੜਾਂ ਤੋਂ ਉੱਪਰ ਸੀ। ਸਾਡੇ ਦੇਸ਼ ਦੇ ਵਿੱਚ ਅਨਾਜ ਬਹੁਤ ਜ਼ਿਆਦਾ ਘੱਟ ਸੀ। ਅਤੇ ਫਿਰ ਸਰਕਾਰ ਨੇ ਉਸ ਤੋਂ ਬਾਅਦ ਵਿੱਚ ਕਈ ਮਸਲੇ ਪੈ ਗਏ। 1962 ਦੀ ਲੜਾਈ ਹੋ ਗਈ। ਜੇ ਮੈਂ ਸਾਰਾ ਲਿਖੂੰਗਾ ਤਾਂ ਟਾਈਮ ਥੋੜ੍ਹਾ ਵੱਧ ਲੱਗੇਗਾ। 1962 ਦੀ ਲੜਾਈ ਹੋਈ। 1962 ਦੇ ਵਿੱਚ ਚਾਈਨਾ ਦੇ ਨਾਲ ਅਸੀਂ ਹਾਰ ਗਏ। ਉਹਦੇ ਬਾਅਦ ਵਿੱਚ 1964 ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਇੱਕ ਬਹੁਤ ਵੱਡਾ ਅਕਾਲ ਪਿਆ। 1964 ਤੋਂ ਬਾਅਦ ਵਿੱਚ 1965 ਦੇ ਵਿੱਚ ਫਿਰ ਸਾਡੀ ਦੁਬਾਰਾ ਪਾਕਿਸਤਾਨ ਨਾਲ ਲੜਾਈ ਲੱਗੀ। ਇਹ ਸਾਰੀਆਂ ਲੜਾਈਆਂ ਕਰਕੇ, ਇਹਨਾਂ ਹਾਲਾਤਾਂ ਕਰਕੇ ਸਾਡੇ ਦੇਸ਼ ਦੀ ਜਿਹੜੀ ਆਰਥਿਕ ਸਥਿਤੀ ਵੀ ਬਹੁਤ ਕਮਜ਼ੋਰ ਹੋ ਗਈ ਸੀ, ਅਤੇ ਅਨਾਜ ਤਾਂ ਸਾਡੇ ਕੋਲ ਪਹਿਲੇ ਵੀ ਹੈ ਨਹੀਂ ਸੀ। ਅਤੇ ਸਾਡੇ ਉਸ ਵੇਲੇ ਇਸ ਔਖੇ ਸਮੇਂ ਦੇ ਵਿੱਚ ਸਾਡੇ ਅਨਾਜ ਦੀ ਪੂਰਤੀ ਕੌਣ ਕਰਦਾ ਸੀ? ਉਸ ਵੇਲੇ ਇੱਕ ਦੇਸ਼ ਹੈ ਕੰਟਰੀ, ਯੂਨਾਈਟਿਡ ਸਟੇਟ ਆਫ ਅਮਰੀਕਾ, ਜਿਹਨੂੰ ਅਸੀਂ ਅਮਰੀਕਾ ਕਹਿ ਦਿੰਦੇ ਹਾਂ। ਅਮਰੀਕਾ ਜਿਹੜਾ ਇੱਕ PL 480 ਸਕੀਮ ਹੈ, ਉਹਦੇ ਤਹਿਤ ਅਨਾਜ ਇੰਡੀਆ ਨੂੰ ਸਪਲਾਈ ਕਰਦਾ ਸੀ।
ਕਿ ਤਾਂ ਕਰਕੇ ਇੰਡੀਆ ਦੇ ਵਿੱਚ ਜਿਹੜੀ ਭੁੱਖਮਰੀ ਲੋਕ ਭੁੱਖ ਨਾਲ ਮਰ ਰਹੇ ਆ ਉਹ ਨਾ ਮਰ ਸਕਣ। ਪਰ ਜਿਹੜੇ ਸਾਡੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਸੀ ਲਾਲ ਬਹਾਦਰ ਸ਼ਾਸਤਰੀ ਜੀ, ਉਹਨਾਂ ਨੇ ਇਹ ਦੇਖਿਆ ਕਿ ਬਈ ਅਸੀਂ ਕਦੋਂ ਤੱਕ ਬਾਹਰੋਂ ਅਸੀਂ ਜਿਹੜਾ ਅਨਾਜ ਮੰਗਾ ਕੇ ਦੂਸਰੀ ਕੰਟਰੀਆਂ ਕੋਲ ਮੰਗ ਕੇ ਆਪਣਾ ਸਾਰਾਂਗੇ। ਤੇ ਉਹਨਾਂ ਨੇ ਇਹ ਗੱਲ ਨੂੰ ਰਿਅਲਾਈਜ਼ ਕੀਤਾ, ਜਿਹੜੇ ਕ੍ਰਿਸ਼ੀ ਵਿਗਿਆਨੀ ਸੀ ਉਹਨਾਂ ਨੇ ਸੋਚਿਆ, ਤੇ ਫਿਰ ਬਾਹਰ ਵਾਲੇ ਕੁਝ ਕ੍ਰਿਸ਼ੀ ਵਿਗਿਆਨਿਕਾਂ ਦੇ ਨਾਲ ਮਿਲ ਕੇ ਕੁਝ ਸਾਡੇ ਜਿਹੜੇ ਇੰਡੀਆ ਦੇ ਕ੍ਰਿਸ਼ੀ ਵਿਗਿਆਨੀ ਸੀ ਬਹੁਤ ਸਿਆਣੇ, ਉਹਨਾਂ ਨੇ ਫਿਰ ਇਹ ਸੋਚਿਆ ਕਿ 1965-66 ਤੋਂ ਬਾਅਦ ਵਿੱਚ ਕਿ ਸਾਡੇ ਦੇਸ਼ ਦੇ ਵਿੱਚ ਇੱਕ ਹਰਿਤ ਕ੍ਰਾਂਤੀ ਲਿਆਂਦੀ ਜਾਵੇ, ਜਿਹਨੂੰ ਆਪਾਂ ਗ੍ਰੀਨ ਰੈਵੋਲੂਸ਼ਨ ਕਹਿ ਦਿੰਦੇ ਹਾਂ। ਉਹਦੇ ਵਾਸਤੇ ਉਹਨਾਂ ਨੇ ਡਿਸਾਈਡ ਕੀ ਕੀਤਾ, ਉਹਨਾਂ ਨੇ ਇਹ ਡਿਸਾਈਡ ਕੀਤਾ ਕਿ ਬਈ ਪਹਿਲੇ ਤੇ ਦੇਸ਼ ਦੇ ਵਿੱਚ ਕੁਝ ਇਲਾਕਾ ਹੀ ਚੂਜ਼ ਕੀਤਾ ਜਾਵੇ, ਕੁਝ ਇਲਾਕਾ ਚੁਣੀਏ ਕਿ ਜਿੱਥੇ ਆਰਾਮ ਦੇ ਨਾਲ ਫਸਲਾਂ ਜਿਹੜੀਆਂ ਉਪਜਾਊ ਮਿੱਟੀ ਹੈ, ਫਸਲਾਂ ਚੰਗੀਆਂ ਹੋ ਜਾਣ, ਜਿੱਥੇ ਪਾਣੀ ਜਿਹੜਾ ਸੌਖੇ ਤਰੀਕੇ ਨਾਲ ਮਿਲ ਜਾਂਦਾ। ਤੇ ਜਿਹੜੇ ਇਲਾਕੇ ਚੂਜ਼ ਕੀਤੇ ਗਏ ਉਹ ਇਲਾਕੇ ਕਿਹੜੇ ਸੀ? ਉਹ ਇਲਾਕਾ ਸੀ ਪੰਜਾਬ, ਤੇ ਪੰਜਾਬ ਤੋਂ ਨਵਾਂ ਉਸ ਵੇਲੇ ਵੱਖਰਾ ਹੋਇਆ ਸੀ ਹਰਿਆਣਾ, ਤੇ ਤੀਸਰਾ ਇਲਾਕਾ ਸੀ ਜਿਹੜਾ ਯੂਪੀ ਦਾ ਥੋੜਾ ਪਾਰਟ। ਮੇਨਲੀ ਇਹ 3 ਸਟੇਟ ਜਿਹੜੇ ਮੁੱਖ ਤੌਰ ਦੇ ਉੱਤੇ ਇਹਨਾਂ ਤਿੰਨਾਂ ਨੂੰ ਰੱਖਿਆ ਗਿਆ। ਇਹਨਾਂ 3 ਸਟੇਟਾਂ ਦੇ ਉੱਤੇ ਫਿਰ ਵਧੀਆ ਜਿਹੜੇ ਬਾਹਰੋਂ ਬੀਜ ਲਿਆਂਦੇ ਗਏ, ਮੈਕਸੀਕੋ ਹਾਈ ਈਲਡ ਵੈਰਾਈਟੀ ਮੈਕਸੀਕੋ ਤੋਂ ਲਿਆਂਦੀ ਗਈ, ਹੋਰ ਜਾਂ ਫਿਰ ਇਹਨਾਂ ਨੂੰ ਡਾਇਆ DAP ਜੋ ਆਪਾਂ ਕਹਿ ਦਿੰਦੇ ਸਾਰੀ ਯੂਰੀਆ ਇਹ ਉਹ ਸਭ ਕੁਝ ਉਹਨਾਂ ਨੂੰ ਪ੍ਰੋਵਾਈਡ ਕੀਤਾ ਗਿਆ ਕਿ ਤੁਸੀਂ ਇਹ ਚੀਜ਼ਾਂ ਪਾਓ, ਤੇ ਇਹ ਚੀਜ਼ਾਂ ਪਾ ਕੇ ਪਾਣੀ ਲਾਓ, ਹਰ ਇੱਕ ਚੀਜ਼ ਲਾਓ। ਇਹਨਾਂ ਨੂੰ ਜਿਹੜੇ ਯੰਤਰ ਦਿੱਤੇ ਗਏ, ਕ੍ਰਿਸ਼ੀ ਯੰਤਰ, ਟਰੈਕਟਰ ਵਗੈਰਾ ਇਹ ਉਹ, ਇਹਨਾਂ ਦੇ ਵਿੱਚ ਸਕੀਮਾਂ ਦਿੱਤੀਆਂ ਗਈਆਂ ਕਿ ਇਹਨਾਂ ਦੀ ਸਬਸਿਡੀ ਤੁਹਾਨੂੰ ਦਿੱਤੀ ਜਾਏਗੀ। ਸਾਰੀਆਂ ਫੈਸਿਲਿਟੀਆਂ ਜਿਹੜੀਆਂ ਕਿਸਾਨਾਂ ਨੂੰ ਸਿਰਫ ਤਾਂ ਕਰਕੇ ਦਿੱਤੀਆਂ ਗਈਆਂ ਕਿ ਕਿਸਾਨ ਜਿਹੜਾ ਦੇਸ਼ ਦਾ ਜਿਹੜਾ ਢਿੱਡ ਭਰ ਸਕੇ, ਦੇਸ਼ ਨੂੰ ਜਿਹੜੀ ਸਾਡੀ ਅਨਾਜ ਦੀ ਜਿੰਨੀ ਸਾਡੀ ਡਿਮਾਂਡ ਹੈ ਉਹ ਪੂਰੀ ਸਪਲਾਈ ਜਿਹੜਾ ਕਰ ਸਕੇ। ਮੇਨਲੀ ਇਹ 3 ਸਟੇਟ ਕਰ ਸਕਣ। ਅੱਜ ਕਈ ਲੋਕ ਕਹਿੰਦੇ ਸਿਰਫ ਪੰਜਾਬ, ਹਰਿਆਣਾ ਜਾਂ ਯੂਪੀ ਦੇ ਕਿਸਾਨਾਂ ਨੂੰ ਕਿਉਂ ਪ੍ਰੋਬਲਮ ਹੈ? ਕਿਉਂਕਿ ਉਸ ਵੇਲੇ ਜਿਸ ਵੇਲੇ ਸਾਡਾ ਦੇਸ਼ ਭੁੱਖਾ ਮਰ ਰਿਹਾ ਸੀ, ਉਸ ਵੇਲੇ ਪੰਜਾਬ, ਹਰਿਆਣਾ ਤੇ ਯੂਪੀ ਦੇ ਇਹਨਾਂ ਦੇ ਪਾਰਟਸ ਇਹੋ ਹੀ ਕਿਸਾਨਾਂ ਨੇ ਸਭ ਤੋਂ ਵੱਧ ਯੋਗਦਾਨ ਦਿੱਤਾ। ਬਾਕੀ ਕਿਸਾਨਾਂ ਦਾ ਯੋਗਦਾਨ ਵੀ ਸੀਗਾ, ਅਸੀਂ ਇਸ ਗੱਲ ਨੂੰ ਨਹੀਂ ਮੰਨਦੇ, ਇਸ ਗੱਲ ਨੂੰ ਮੰਨਦੇ ਹਾਂ ਇਸ ਕਿ ਬਈ ਬਾਕੀ ਕਿਸਾਨਾਂ ਦਾ ਵੀ ਯੋਗਦਾਨ ਸੀ, ਪਰ ਮੇਨਲੀ ਜਿਹੜਾ ਇਹ ਹਰਿਤ ਕ੍ਰਾਂਤੀ ਜਿਹੜੀ ਇੱਥੋਂ ਸ਼ੁਰੂ ਹੋਈ ਹੈ, ਇਸ ਕਰਕੇ ਇਹੋ ਹੀ ਕਿਸਾਨ ਜਿਹੜੇ ਸਮਰਿੱਧ ਹੈ, ਇਹੋ ਹੀ ਕਿਸਾਨ ਜਿਹੜੇ ਉੱਥੋਂ ਵੱਧ ਆਵਾਜ਼ ਚੁੱਕ ਰਹੇ ਨੇ। ਬਾਕੀ ਕਿਸਾਨ ਜਿਹੜਾ ਜੇ ਗਰੀਬ ਹੈ ਉਹ ਘੱਟ ਚੁੱਕ ਰਿਹਾ ਵਾ। ਇਹਨਾਂ ਕੋਈ ਸਾਡੇ ਪੰਜਾਬ, ਹਰਿਆਣਾ ਦੇ, ਯੂਪੀ ਦੇ ਕਿਸਾਨਾਂ ਕੋਈ ਟਰੈਕਟਰ ਵਗੈਰਾ ਮਸ਼ੀਨਰੀਆਂ ਹੈਗੀਆਂ। ਤੇ ਹੁਣ ਗੱਲ ਉੱਥੇ ਅਸੀਂ ਪਿੱਛੇ ਆਈਏ ਕਿ ਸਰਕਾਰ ਨੇ ਇਹ ਚੀਜ਼ ਨੋਟ ਕੀਤੀ ਕਿ ਬਈ ਬਾਕੀ ਸਾਰੀਆਂ ਫੈਸਿਲਿਟੀਆਂ ਇਹਨਾਂ ਨੂੰ ਦੇ ਦਿੱਤੀਆਂ, ਪਰ ਫਿਰ ਵੀ ਜਿਹੜਾ ਜ਼ਿਮੀਂਦਾਰ ਜਿਹੜਾ ਉਹ ਇੱਕ ਭੁਲੇਖੇ ਦੇ ਵਿੱਚ ਸੀ, ਸੱਸੋਪੰਜ ਦੇ ਵਿੱਚ ਸੀ ਕਿ ਤੁਸੀਂ ਸਾਨੂੰ ਬੇਸ਼ੱਕ ਕਹਿ ਰਹੇ ਹੋ, ਪਰ ਜੇ ਅਸੀਂ ਜਿਹੜੀ ਵੀ ਫਸਲ ਹੁੰਦੀ ਹੈ, ਹੁਣ ਫਸਲ ਹਰ ਵਾਰੀ ਕੋਈ ਚੰਗੀ ਤੇ ਨਹੀਂ ਹੁੰਦੀ, ਕਿਸੇ ਵੇਲੇ ਮੌਸਮ ਜਿਹੜਾ ਖਰਾਬ ਹੋ ਜੇ, ਬਾਰਿਸ਼ ਜਿਹੜੀ ਬੇਮੌਸਮੀ ਪੈ ਜੇ, ਤੇ ਫਸਲ ਕਿਸੇ ਦੀ ਚੰਗੀ ਵੀ ਹੋ ਜਾਂਦੀ, ਕਿਸੇ ਦੀ ਮਾੜੀ ਵੀ ਹੋ ਜਾਂਦੀ। ਉੱਚੀਆਂ ਨੀਵੀਆਂ ਪੈਲੀਆਂ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਇਸ ਗੱਲ ਦਾ ਕਿ ਫਸਲ ਜਿਹੜੀ ਚੰਗੀ ਮਾੜੀ ਹੋ ਜਾਂਦੀ ਹੈ। ਤੇ ਫਸਲ ਚੰਗੀ ਮਾੜੀ ਜੇ ਕਿਸੇ ਦੀ ਹੋ ਗਈ ਤੇ ਕਿੱਦਾਂ ਕਿਸੇ ਨੂੰ ਰੇਟ ਮਿਲੇਗਾ? ਤੇ ਫਿਰ ਸਰਕਾਰ ਨੇ ਕੀ ਕੀਤਾ, ਇੱਕ ਲక్ష్ਮੀਕਾਂਤ ਝਾ ਕਰਕੇ ਇੱਕ ਸਮਿਤੀ ਬਣਾਈ ਗਈ, ਉਹਦੇ ਚੇਅਰਪਰਸਨ ਹੀ ਲక్ష్ਮੀਕਾਂਤ ਝਾ। ਤੇ ਲక్ష్ਮੀਕਾਂਤ ਝਾ ਨੇ ਫਿਰ ਇਹ ਸਿਫਾਰਿਸ਼ ਕੀਤੀ ਕਿ ਕਿਸਾਨਾਂ ਨੂੰ ਇਹ ਚੀਜ਼ ਦੀ ਗਰੰਟੀ ਦਿੱਤੀ ਜਾਵੇ ਕਿ ਤੁਸੀਂ ਬੇਚਿੰਤ ਹੋ ਕੇ ਤੁਸੀਂ ਇਹ ਜਿਹੜੀ ਸਾਰਾ ਫਸਲ ਕਰੋ, ਫਸਲ ਬੀਜੋ, ਤੁਸੀਂ ਇਹ ਜ਼ਿਮੀਂਦਾਰਾ ਕਰੋ, ਤੇ ਅਸੀਂ ਜਿਹੜੀ ਤੁਹਾਡਾ ਜਿਹੜਾ ਫਸਲ ਚੁੱਕਾਂਗੇ, ਖਾਸ ਕਰਕੇ ਜਿਹੜੇ ਕਣਕ ਚੁੱਕਾਂਗੇ ਜਾਂ ਫਿਰ ਅਸੀਂ ਝੋਨਾ ਚੁੱਕਾਂਗੇ, ਇਹ ਅਸੀਂ ਇੱਕ ਮਿਨੀਮਮ ਰੇਟ ਤੇ ਚੁੱਕਾਂਗੇ। ਘੱਟ ਤੋਂ ਘੱਟ ਅਸੀਂ ਤੁਹਾਨੂੰ ਇੰਨਾ ਕੁ ਰੇਟ ਦੇਵਾਂਗੇ ਜਿੰਨਾ ਕਿ ਤੁਹਾਨੂੰ ਕੋਈ ਘਾਟਾ ਨਾ ਪਵੇ, ਤੁਸੀਂ ਜਿਹੜਾ ਆਪਣਾ ਵਧੀਆ ਤਰੀਕੇ ਨਾਲ ਖੇਤੀ ਕਰੋ ਤੇ ਦੇਸ਼ ਦਾ ਢਿੱਡ ਭਰੇ। ਤੇ ਫਿਰ ਜਿਹੜਾ ਘੱਟ ਤੋਂ ਘੱਟ ਜਿਹੜਾ ਰੇਟ ਇਹਨਾਂ ਨੂੰ ਦਿੱਤਾ ਗਿਆ ਨਾ, ਇਹ ਉਸ ਵੇਲੇ ਰੇਟ ਦਿੱਤਾ ਗਿਆ, ਉਸ ਵੇਲੇ ਕਿਸਾਨਾਂ ਨੂੰ ਕਿਹਾ ਗਿਆ ਕਿ ਅਸੀਂ ਤੁਹਾਨੂੰ ਘੱਟ ਤੋਂ ਘੱਟ ਰੇਟ ਦੇਵਾਂਗੇ, ਨਿਊਨਤਮ ਸਮਰਥਨ ਮੁੱਲ, ਜਿਹਨੂੰ ਕਿ ਫਿਰ ਕਿਹਾ ਜਾਂਦਾ ਹੈ MSP। MSP ਉਹ ਚੀਜ਼ ਹੈ, ਇਹ ਬੋਲਣ ਦੇ ਵਿੱਚ ਉਹੀ ਥੋੜੀ ਜਿਹੀ ਔਖੀ ਲੱਗਦੀ ਹੈ, ਕਈ ਵਾਰੀ ਯਾਦ ਵੀ ਨਹੀਂ ਹੁੰਦੀ, ਮੈਨੂੰ ਖੁਦ ਨਹੀਂ ਸੀ ਯਾਦ ਹੋਈ। ਪਰ MSP ਜਿਹੜੀ ਆਪਾਂ ਦੇਖੀਏ ਕਿ ਜਿਹੜੇ ਅਸੀਂ ਜ਼ਿਮੀਂਦਾਰ ਸਾਰੇ ਗੱਲਾਂ ਕਰਦੇ ਆ ਕਿ ਬਈ ਮੰਡੀਆਂ ਦੇ ਵਿੱਚ ਐਤਕੀ ਕੀ ਰੇਟ ਨਿਕਲੇ, ਐਤਕੀ ਕਿੰਨੇ ਸੀ, ਕਣਕ ਕਿੰਨੇ ਨੂੰ ਸੀ, ਝੋਨਾ ਕਿੰਨੇ ਨੂੰ ਸੀ, ਇਹ ਜਿਹੜਾ MSP ਉਹੀ ਹੈ ਜੋ ਮੰਡੀਆਂ ਸਾਨੂੰ ਰੇਟ ਦਿੰਦੀਆਂ। ਤੇ ਹੁਣ ਜੇ ਆਪਾਂ ਗੱਲ ਕਰੀਏ ਕਿ ਇਸ ਤੋਂ ਬਾਅਦ ਵਿੱਚ ਜਿਹੜਾ ਮੁੱਦਾ ਆਇਆ ਕਿ ਸਾਡੇ ਦੇਸ਼ ਜਦੋਂ ਇਹ ਜਿਹੜਾ ਚੰਗੀ ਫਸਲ ਆਉਣ ਲੱਗ ਪਈ, ਤੇ ਉਹ ਫਸਲ ਜਿਹੜੀ ਸਾਡਾ ਦੇਸ਼ ਇੱਕ 1980 ਤੱਕ ਆਉਂਦੇ ਹੁੰਦੇ ਨੈਟ ਫੂਡ ਐਕਸਪੋਰਟਰ ਬਣ ਗਿਆ। ਕਹਿਣ ਤੋਂ ਭਾਵ ਕਿ ਸਾਡੇ ਦੇਸ਼ ਕੋ ਵਾਧੂ ਸਮਰੱਥਾ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਅਨਾਜ ਹੋ ਗਿਆ। ਤੇ 1980 ਤੋਂ ਬਾਅਦ ਵਿੱਚ ਫਿਰ ਜਿਹੜੀਆਂ ਸਰਕਾਰਾਂ ਜਿਹੜੀਆਂ ਉਹਨਾਂ ਨੇ ਕਈ ਚੀਜ਼ਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਕਿਤੇ ਨਾ ਕਿਤੇ ਥੋੜਾ ਜੋਨਾ ਰੇਟ ਇਹਨਾਂ ਦਾ ਵਧਣਾ ਚਾਹੀਦਾ ਸੀ, ਸਮੇਂ ਦੇ ਅਨੁਸਾਰ ਉਹ ਨਹੀਂ ਵਧਾਇਆ ਗਿਆ। ਤੇ ਉਹ ਇਹ ਰੇਟ ਜਿਹੜਾ 1980 ਤੋਂ ਚੱਲ ਰਿਹਾ, ਸਰਕਾਰਾਂ ਜਿਹੜੀਆਂ ਆਪਣੀ ਜ਼ਿੰਮੇਵਾਰੀਆਂ ਤੋਂ ਭੱਜਦੀਆਂ ਵਾ। ਜਿਸ ਵੇਲੇ ਕਿਸਾਨ ਦੀ ਬਹੁਤ ਜ਼ਿਆਦਾ ਲੋੜ ਸੀ, ਜਿਸ ਵੇਲੇ ਅਨਾਜ ਦੀ ਬਹੁਤ ਜ਼ਿਆਦਾ ਲੋੜ ਸੀ, ਉਸ ਵੇਲੇ ਅਨਾਜ ਕਿਸਾਨਾਂ ਨੂੰ ਅਨਾਜ ਬੀਜਣ ਵਾਸਤੇ ਪ੍ਰੋਤਸਾਹਿਤ ਕੀਤਾ ਗਿਆ, ਉਹਨਾਂ ਨੂੰ ਵੱਧ ਤੋਂ ਵੱਧ ਫੈਸਿਲਿਟੀਆਂ ਦਿੱਤੀਆਂ ਗਈਆਂ। ਉਸ ਵੇਲੇ ਇਹ ਜਿਹੜਾ ਸੱਪ ਜਿਹੜਾ ਅੱਜ ਕੱਲ੍ਹ ਬਹੁਤ ਰੌਲੇ ਦੇ ਵਿੱਚ ਹੈ, MSP ਦਾ ਸੱਪ ਜਿਹੜਾ ਉਸ ਵੇਲੇ ਜਿਹੜਾ ਨਿਕਲਿਆ, ਤੇ MSP ਨੇ ਜਿਹੜਾ ਕਿਸਾਨਾਂ ਨੂੰ ਘੱਟੋ ਘੱਟ ਇੱਕ ਅਸ਼ੋਰ ਕੀਤਾ ਕਿ ਬਈ ਤੁਸੀਂ ਇਹ ਫਸਲ ਬੀਜੋ। ਹੁਣ ਜੇ ਆਪਾਂ ਗੱਲ ਕਰੀਏ ਕਿ ਬਈ ਇਹ MSP ਕੌਣ ਫਿਕਸ ਕਰਦਾ, ਇਹ ਫਿਕਸ ਕਿੰਨਾ ਹੁੰਦਾ, ਇਹ ਹੈਗਾ ਕਮਿਸ਼ਨ ਔਨ ਐਗਰੀਕਲਚਰ ਕਾਸਟ ਐਂਡ ਪ੍ਰਾਈਸ। ਮਤਲਬ ਇੱਕ ਕਮਿਸ਼ਨ ਬਣਦਾ ਵਾ, ਉਹ ਕਮਿਸ਼ਨ ਕੀ ਦੇਖਦਾ ਵਾ ਕਿ ਖੇਤੀਬਾੜੀ ਦੇ ਉੱਤੇ ਜ਼ਿਮੀਂਦਾਰ ਕਿੰਨਾ ਖਰਚਾ ਕਰ ਰਹੇ ਨੇ,
ਕਿੰਨੀਆਂ ਉਹਨਾਂ ਨੇ ਖਾਦਾਂ ਪਾਈਆਂ, ਇਹ ਉਹ ਸਭ ਕੁਝ ਦੇਖ ਕੇ ਤੇ ਫਿਰ ਉਹ ਚੀਜ਼ਾਂ ਤੈਅ ਕਰਦੇ ਆ ਤੇ ਉਹ ਫਿਰ ਆਪਣੀ ਸਿਫਾਰਸ਼ਾਂ ਜਿਹੜੀਆਂ, ਇੱਕ ਹੈ CCEC ਕਮੇਟੀ ਹੈ ਕਿ ਕੈਬਨਿਟ ਕਮੇਟੀ ਔਨ ਇਕਨੋਮਿਕ ਅਫੇਅਰ, ਇਸ ਕਮੇਟੀ ਨੂੰ ਫਿਰ ਉਹ ਰਿਕਮੈਂਡ ਕਰਦੇ ਆ ਕਿ ਬਈ ਇੰਨਾ ਦਿਨ ਘੱਟੋ ਘੱਟ ਵੀ ਆ ਜ਼ਿਮੀਂਦਾਰਾਂ ਨੂੰ ਇਹ ਮੁੱਲ ਦਿੱਤਾ ਜਾਵੇ। ਤੇ ਹਰ ਸਾਲ ਫਿਰ ਕਣਕ ਝੋਨੇ ਦਾ ਰੇਟ ਜਿਹੜਾ ਨਿਕਲਦਾ ਉਹ ਸਾਰੇ ਜ਼ਿਮੀਂਦਾਰਾਂ ਨੂੰ ਪਤਾ ਹੀ ਹੈ, ਐਤਕੀ ਪਿਛਲੀ ਵਾਰੀ ਵੀ ਕਿੰਨਾ ਸੀ ਇਹ ਸਾਰੀ ਗੱਲ ਦਾ ਪਤਾ ਹੈ। ਤੇ ਇਹਦੇ ਵਿੱਚ ਹੁਣ ਆਪਾਂ ਗੱਲ ਕਰੀਏ ਕਿ ਇਹਦੇ ਜਿਹੜੀ MSP ਦੇ ਵਿੱਚ ਜਿਹੜਾ ਘੱਟ ਤੋਂ ਘੱਟ ਰੇਟ ਦਿੱਤਾ ਜਾਂਦਾ ਕਿੰਨੀਆਂ ਫਸਲਾਂ ਨੂੰ ਦਿੱਤਾ ਜਾਂਦਾ, ਤੇ ਤਕਰੀਬਨ 23 ਫਸਲਾਂ ਨੂੰ। ਉਹਦੇ ਵਿੱਚ ਮੋਟੇ ਤੌਰ ਦੇ ਉੱਤੇ 7 ਜਿਹੜੇ ਅਨਾਜ ਹੈ ਤੇ 5 ਜਿਹੜੀਆਂ ਦਾਲਾਂ ਤੇ ਹੋਰ ਜਿਹੜੇ ਕੋਈ ਆਇਲ ਸੀਡਸ ਵਗੈਰਾ ਸਾਰੇ ਹੈਗੇ ਆ। ਇਹਨਾਂ ਦੇ ਵਿੱਚ 23 ਪ੍ਰਕਾਰ ਦੀਆਂ ਫਸਲਾਂ ਦੇ ਉੱਤੇ ਜਿਹੜਾ MSP ਦਿੱਤਾ ਜਾ ਰਿਹਾ। ਤੇ ਇਹਦਾ ਜੇ MSP ਤੋਂ ਬਾਅਦ ਵਿੱਚ ਅਸੀਂ ਗੱਲ ਕਰੀਏ ਕਿ ਹੁਣ MSP ਬਣਦਾ ਕਿੱਦਾਂ, MSP ਫਿਕਸ ਕਿੱਦਾਂ ਕਰਦੇ ਆ। ਜਿਹੜਾ ਪਿੱਛੇ ਜੇ ਹੁਣ ਸਵਾਮੀਨਾਥਨ ਰਿਪੋਰਟ ਬਾਰੇ ਵੀ ਤੁਸੀਂ ਸੁਣਿਆ ਹੋਣਾ। ਹੁਣ ਸਵਾਮੀਨਾਥਨ ਰਿਪੋਰਟ ਦਾ ਮੈਂ ਥੋੜਾ ਜਿਹਾ ਤੁਹਾਨੂੰ ਚਾਨਣਾ ਪਾਵਾਂਗਾ ਕਿ ਸਵਾਮੀਨਾਥਨ ਰਿਪੋਰਟ ਕੀ ਹੈ। ਸਵਾਮੀਨਾਥਨ ਰਿਪੋਰਟ ਨੇ 3 ਚੀਜ਼ਾਂ ਮੇਨ ਕੀਤੀਆਂ, ਤੁਸੀਂ ਥੋੜਾ ਦੇਖ ਲਓ। ਇਹ ਜਿਹੜੀ ਸਵਾਮੀਨਾਥਨ ਰਿਪੋਰਟ ਸੀ, ਸਵਾਮੀਨਾਥਨ ਰਿਪੋਰਟ ਦੇ ਵਿੱਚ 3 ਚੀਜ਼ਾਂ ਸੀ ਕਿ ਕਿਵੇਂ ਜ਼ਿਮੀਂਦਾਰ ਨੂੰ ਜਿਹੜਾ ਅਸੀਂ ਦੇਣਾ ਹੈ। ਇੱਕ ਸੀ A2, ਦੂਸਰਾ ਸੀ A2 ਦੇ ਵਿੱਚ A2+ FL, ਤੇ ਤੀਸਰੀ ਜਿਹੜੀ ਚੀਜ਼ ਦਿੱਤੀ ਗਈ ਉਹ C2। ਹੁਣ ਅਸੀਂ ਥੋੜਾ ਜਿਹਾ ਸਮਝੀਏ, ਕੋਈ ਐਡਾ ਔਖਾ ਨਹੀਂ ਹੈ, ਥੋੜਾ ਜਿਹਾ ਅਸੀਂ ਧਿਆਨ ਨਾਲ ਸਮਝਾਂਗੇ ਤੇ ਪਤਾ ਲੱਗ ਜਾਏਗਾ। A2 ਦੇ ਵਿੱਚ ਸਵਾਮੀਨਾਥਨ ਰਿਪੋਰਟ ਨੇ ਕੀ ਕਿਹਾ, A2 ਉਹ ਚੀਜ਼ ਹੈ ਕਿ ਜਿਹੜਾ ਜ਼ਿਮੀਂਦਾਰ ਖਰਚਾ ਕਰਦਾ ਆਪਣੀ ਫਸਲ ਦੇ ਉੱਤੇ, ਜਿਵੇਂ ਕਿ ਕਿੰਨੇ ਦੇ ਬੀਜ ਲਾਏ, ਕਿੰਨੇ ਦੇ ਉਹਨੇ ਖਾਦਾਂ ਪਾਈਆਂ ਜਾਂ ਹੋਰ ਕੋਈ ਵੀ ਖਰਚੇ ਕੀਤੇ ਆ, ਵਹਾਈ ਦਾ ਖਰਚਾ ਕੀਤਾ, ਜੇ ਇਕੱਲਾ ਉਹਦਾ ਮੁੱਲ ਦਿੱਤਾ ਜਾਂਦਾ ਹੈ, ਜੇ ਜ਼ਿਮੀਂਦਾਰ ਨੂੰ ਉਹਦਾ ਮੁੱਲ ਦਿੱਤਾ ਜਾਏ। ਤੇ ਸਵਾਮੀਨਾਥਨ ਰਿਪੋਰਟ ਨੇ ਇਹ ਗੱਲ ਕਹੀ ਕਿ ਜੇ ਇਕੱਲਾ ਜ਼ਿਮੀਂਦਾਰ ਨੂੰ ਉਸ ਚੀਜ਼ ਦਾ ਮੁੱਲ ਦਿੱਤਾ ਜਾਵੇ ਤੇ ਇਹ ਜ਼ਿਮੀਂਦਾਰ ਦੇ ਨਾਲ ਨਾਇਨਸਾਫੀ ਹੈ। ਤੇ ਉਹਨਾਂ ਨੇ ਕਿਹਾ ਕਿ A2 ਜਿਹੜਾ ਨਹੀਂ ਦਿੱਤਾ ਜਾਵੇਗਾ। ਇਹ ਸਵਾਮੀਨਾਥਨ ਰਿਪੋਰਟ ਦੀ ਗੱਲ ਕਰ ਰਹੇ ਹਾਂ MSP ਦੇ ਉੱਤੇ ਕਿ ਘੱਟੋ ਘੱਟ ਕਿੰਨਾ ਰੇਟ ਦਿੱਤਾ ਜਾਵੇ। ਫਿਰ ਉਹਨਾਂ ਨੇ ਦੂਸਰਾ ਜਿਹੜਾ ਫਾਰਮੂਲਾ ਲਾਗੂ ਕੀਤਾ ਉਹ A2 ਤੇ ਪਲੱਸ FL ਤੋਂ ਭਾਵ ਕੀ ਹੈ, ਫੈਮਿਲੀ ਲੇਬਰ ਜਿਹੜਾ ਕਿਸਾਨ ਆਪਣੇ ਬੱਚਿਆਂ ਨੂੰ ਲੈ ਕੇ, ਆਪਣੇ ਘਰਦਿਆਂ ਨੂੰ ਲੈ ਕੇ ਆਪ ਖੁਦ ਜਿਹੜਾ ਉੱਥੇ ਲੇਬਰ ਲਾਉਂਦਾ, ਜਿਹੜਾ ਆਪ ਮਿਹਨਤ ਕਰਦਾ, ਉਹਦਾ ਵੀ ਰੇਟ ਦੇ ਵਿੱਚ ਪਾਇਆ ਜਾਵੇ, ਉਹਦੀ ਲੇਬਰ ਵੀ ਵਿੱਚ ਪਾਈ ਜਾਵੇ। ਤੇ ਫਿਰ ਇਹ ਚੀਜ਼ ਨੂੰ A2+ FL ਕਿਹਾ ਗਿਆ। ਤੇ A2+ FL, ਪਰ ਜੇ ਇਹਦੇ 'ਚ ਇੱਕ ਚੀਜ਼ ਦੇਖੀਏ, ਇਹਦੇ ਜਿਹੜੀ ਕਿਸਾਨ ਦੀ ਜਿਹੜੀ ਲੱਖਾਂ ਦੀ ਜ਼ਮੀਨ ਹੈ, ਜਿਹੜੀ ਕਿ ਉਹ ਜਾਂ ਤੇ ਉਹ ਮੁੱਲ ਲੈਂਦਾ ਤੇ ਜਾਂ ਫਿਰ ਉਹਦੀ ਆਪਣੀ ਹੈ ਜਿਹੜੀ ਉਹ ਨਹੀਂ ਵੇਚਦਾ, ਦੋਨੋਂ ਹੀ ਗੱਲਾਂ ਵਿੱਚ ਹੈ। ਜੇ ਉਹ ਕਿਤੇ ਕਿਸੇ ਨੂੰ ਵੇਚ ਦੇਵੇ, ਉਸ ਪੈਸੇ ਨੂੰ ਕਿਤੇ ਹੋਰ ਵਰਤ ਸਕਦਾ, ਕਿਸੇ ਕੋਈ ਕੰਮਕਾਰ ਕਰ ਸਕਦਾ, ਬੈਂਕ ਦੇ ਵਿੱਚ ਵੀ ਰੱਖੇ ਤੇ ਉਹਦਾ ਵੀ ਵਿਆਜ ਆਉਂਦਾ। ਤੇ ਜੇ ਉਹ ਚੀਜ਼ ਇਹਦੇ 'ਚ ਐਡ ਨਹੀਂ ਹੋਈ ਤੇ ਫਿਰ ਜਿਹੜੀ ਸਵਾਮੀਨਾਥਨ ਰਿਪੋਰਟ ਨੇ ਤੀਸਰੀ ਗੱਲ ਜਿਹੜੀ ਮੇਨ ਕੀਤੀ ਕਿ ਇਹ C2 ਦਾ ਫਾਰਮੂਲਾ ਦਿੱਤਾ। C2 ਦੇ ਵਿੱਚ ਕੀ ਸੀ ਕਿ ਉਹਨਾਂ ਨੇ ਜਿਹੜੀ ਕਿ ਜੋ ਐਗਰੀਕਲਚਰ ਦੇ ਉੱਤੇ, ਖੇਤੀਬਾੜੀ ਦੇ ਉੱਤੇ ਅਸੀਂ ਖਰਚ ਕਰ ਰਹੇ ਹਾਂ ਉਹ, ਤੇ ਨਾਲ ਹੀ ਜੋ ਉਹਦੇ ਬਾਅਦ ਵਿੱਚ ਜਿਹੜਾ FL ਫੈਮਿਲੀ ਲੇਬਰ ਜਿਹੜੀ ਉਹਨੇ ਲੇਬਰ ਲਾਈ ਆ ਉਹ, ਤੇ ਪਲੱਸ ਜਿਹੜੀ ਜ਼ਮੀਨ ਦੀ ਵੈਲਿਊ ਹੈ ਉਹ, ਤਿੰਨੇ ਚੀਜ਼ਾਂ ਪਾ ਕੇ ਤੇ ਇਹਨੂੰ ਗੁਣਾ ਕੀਤਾ, ਗੁਣਾ 1.5 ਨਾਲ C2 ਦੇ ਵਿੱਚ ਤਿੰਨੇ ਚੀਜ਼ਾਂ ਐਡ ਹੋ ਗਈਆਂ। ਤਿੰਨੇ ਚੀਜ਼ਾਂ ਕਿਹੜੀਆਂ ਮੈਂ ਤੁਹਾਨੂੰ ਦੱਸ ਚੁੱਕਿਆ। C2 ਦੇ ਵਿੱਚ 1.5 ਨਾਲ ਗੁਣਾ ਕਰਕੇ ਜੋ ਇਹਦਾ ਰੇਟ ਆਏਗਾ ਉਹ ਰੇਟ ਜਿਹੜਾ ਘੱਟੋ ਘੱਟ ਵੀ ਜਿਹੜਾ ਕਿਸਾਨ ਨੂੰ ਦਿੱਤਾ ਜਾਵੇ। ਇਹ ਰਿਪੋਰਟ ਸੀ ਸਵਾਮੀਨਾਥਨ ਰਿਪੋਰਟ, ਪਰ ਇਹ ਅਜੇ ਤੱਕ ਦਿੱਤਾ ਨਹੀਂ ਗਿਆ। ਦਿੱਤਾ ਕੀ ਗਿਆ, ਜਿਹੜੀ BJP ਸਰਕਾਰ ਨੇ ਪਿੱਛੇ ਜੇ ਜੋ ਵਾਅਦਾ ਕੀਤਾ ਸੀ ਕਿ ਅਸੀਂ ਦੇਵਾਂਗੇ ਜੀ, ਅਸੀਂ MSP ਨੂੰ 1.5 ਗੁਣਾ ਕਰ ਦਾਂਗੇ, ਸਵਾਮੀਨਾਥਨ ਰਿਪੋਰਟ ਲਾਗੂ ਕਰ ਦਾਂਗੇ, ਉਹਨਾਂ ਨੇ 1.5 ਗੁਣਾ ਕੀਤਾ। 1.5 ਗੁਣਾ ਸਿਰਫ ਉਹਨਾਂ ਨੇ A2 ਤੇ ਪਲੱਸ ਫੈਮਿਲੀ ਲੇਬਰ ਦਾ ਕੀਤਾ, C2 ਦਾ ਅਜੇ ਤੱਕ ਵੀ ਨਹੀਂ ਕੀਤਾ। ਅਜੇ ਤੱਕ ਵੀ ਕਿਸਾਨ ਜਿਹੜਾ ਕਿਸਾਨ ਦੇ ਨਾਲ ਨਿਆਂ ਨਹੀਂ ਹੋ ਰਿਹਾ, ਉਹ ਇਨਸਾਫ ਮੰਗ ਰਿਹਾ ਕਿ ਸਾਨੂੰ ਤੇ ਅਜੇ ਤੱਕ C2 ਦਾ 1.5 ਗੁਣਾ ਨਹੀਂ ਮਿਲਿਆ, ਜੋ ਸਾਨੂੰ ਉਚਿਤ ਰੇਟ ਹੀ ਨਹੀਂ ਮਿਲਿਆ, ਤੇ ਸਾਨੂੰ ਅਸੀਂ ਅਜੇ ਤੱਕ ਇਹ ਵੀ ਗੱਲਾਂ ਚੱਲ ਰਹੀਆਂ ਸੀ। ਤੇ ਨਾਲ ਹੀ ਹੁਣ ਨਵੇਂ ਬਿੱਲ ਆ ਗਏ। ਹੁਣ ਆਪਾਂ ਜੇ ਵੀਡੀਓ, ਮੈਨੂੰ ਪਤਾ ਕਿ ਵੀਡੀਓ ਲੰਬੀ ਹੁੰਦੀ ਜਾਂਦੀ ਹੈ ਤੇ ਮੈਂ ਇਸੇ ਵੀਡੀਓ ਦੇ ਵਿੱਚ ਸਾਰਾ ਕੁਝ ਰੱਖਣਾ ਚਾਹਾਂਗਾ। ਹੁਣ ਅੱਗੇ ਆਪਾਂ ਗੱਲ ਕਰੀਏ APMC ਕੀ ਹੈ। APMC ਦੀ ਗੱਲ ਕਰੀਏ, APMC ਕਈ ਵਾਰੀ ਕਈ ਮੀਡੀਆ ਵਾਲੇ ਪੁੱਛ ਲੈਂਦੇ ਆ ਕਿ ਕੀ ਹੈ APMC। ਅਸੀਂ ਸਾਰਿਆਂ ਨੇ ਸਿੱਖਣਾ ਹੈ ਇਹ ਚੀਜ਼, ਨਹੀਂ ਵੀ ਸਾਨੂੰ ਪਤਾ ਤੇ ਅਸੀਂ ਇਹ ਚੀਜ਼ ਦਾ ਸਿੱਖਣਾ ਵਾ ਕਿ APMC ਹੈ ਕੀ। ਹੁਣ APMC ਦੀ ਗੱਲ ਕਰੀਏ ਤੇ APMC ਦਾ ਜੇ ਅਸੀਂ ਮਤਲਬ ਕੱਢੀਏ ਤੇ ਹੈਗਾ ਐਗਰੀਕਲਚਰ ਪ੍ਰੋਡਿਊਸ ਮਾਰਕੀਟ ਕਮੇਟੀ। ਐਗਰੀਕਲਚਰ ਪ੍ਰੋਡਿਊਸ ਮਾਰਕੀਟ ਕਮੇਟੀ, ਇਹ ਜਿਹੜੀ ਕੀ ਕਮੇਟੀ ਕੀ ਕਰਦੀ ਹੈਗੀ ਹੈ ਕਿ ਜਿਹੜੀ ਜ਼ਿਮੀਂਦਾਰਾਂ ਦੀ, ਆਪਾਂ ਸਿੱਧੇ ਲਫ਼ਜ਼ਾਂ ਦੇ ਵਿੱਚ ਕਹੀਏ ਕਿ ਜਿਹੜੀ ਜ਼ਿਮੀਂਦਾਰਾਂ ਦੀ ਜਿਹੜੀ ਫਸਲ ਹੈ ਉਹ ਇਹ ਫਸਲ ਖਰੀਦਦੀ ਹੈ। ਜਿਵੇਂ ਕਿ ਆਪਾਂ ਮੰਡੀ ਦੇ ਵਿੱਚ ਸਾਡੇ ਜ਼ਿਮੀਂਦਾਰ ਜੋ ਵੀ ਲੈ ਕੇ ਜਾਂਦੇ ਨੇ ਫਸਲਾਂ, ਉਹ ਮੰਡੀ ਦੇ ਵਿੱਚ ਜਿਹੜਾ ਖਰੀਦਿਆ ਜਾਂਦਾ, ਖਰੀਦ ਕਰਦੇ ਆ, ਆੜ੍ਹਤੀ ਖਰੀਦਦੇ ਆ, ਆੜ੍ਹਤੀਆਂ ਦੀ ਆੜ੍ਹਤ 2.5% ਜਾਂਦੀ ਆ, ਹੋਰ ਸਟੇਟ ਟੈਕਸ ਜਾਂਦੇ, ਕਈ ਕੁਝ ਜਾਂਦਾ ਹੈਗਾ, ਇੱਕ ਰੂਰਲ ਡਿਵੈਲਪਮੈਂਟ ਟੈਕਸ ਵੀ 3% ਜਾਂਦਾ। ਇਹ ਸਾਰੇ ਖਰਚੇ ਜਿਹੜੇ ਜਿੱਥੇ ਕੱਟੇ ਜਾਂਦੇ ਆ, ਸਾਰਾ ਕੁਝ ਹੁੰਦਾ,
ਇਹ ਹੈ ਜਿਹੜੀ ਸਿੰਪਲ ਸਧਾਰਨ ਲਫ਼ਜ਼ਾਂ ਦੇ ਵਿੱਚ ਅਸੀਂ ਕਹੀਏ ਤੇ ਉਹ ਹੈ ਮੰਡੀ, ਉਹਨੂੰ ਕਿਹਾ ਜਾਂਦਾ APMC। ਤੇ ਮੰਡੀ ਦੀ ਵੀ ਲੋੜ ਸੀ, ਮੰਡੀ ਦੀ ਲੋੜ ਤਾਂ ਕੀ ਸੀ ਕਿਉਂਕਿ ਜੇ ਬੇਸ਼ੱਕ ਸਰਕਾਰ ਨੂੰ ਮਿਨੀਮਮ ਰੇਟ ਦਿੱਤਾ, ਪਰ ਮਿਨੀਮਮ ਰੇਟ ਦੇਣਾ ਕਿਹਨੇ ਹੈ, ਕਿੱਥੋਂ ਖਰੀਦਣਾ ਵਾ, ਕਿੱਥੇ ਵੇਚਣਾ ਵਾ, ਇਹ ਗੱਲਾਂ ਬੜੀ ਇੱਕ ਟੈਨਸ਼ਨ ਸੀ। ਤੇ ਉਸ ਵੇਲੇ APMC ਐਕਟ ਆਏ, ਜਿਹੜੇ ਕਿ ਬਾਅਦ ਵਿੱਚ ਫਿਰ ਅਟਲ ਬਿਹਾਰੀ ਵਾਜਪਾਈ ਨੇ ਵੀ 2003 ਦੇ ਵਿੱਚ APMC ਮਾਡਲ ਐਕਟ ਬਣਾਏ ਸੀ, ਪਰ ਇਦਾਂ ਦਾ ਜਿੱਦਾਂ ਦਾ ਮੋਦੀ ਸਾਹਿਬ ਨੇ ਕੰਮ ਕੀਤਾ ਇਦਾਂ ਦਾ ਉਹਨਾਂ ਨੇ ਨਹੀਂ ਸੀ ਕੀਤਾ। ਇਹ ਤੇ ਬਿਲਕੁਲ ਹੀ ਇੱਕ ਧੱਕਾ ਵਾ। ਤੇ ਜਿਹੜਾ ਅੱਗੇ ਅੱਗੇ ਕੀ ਧੱਕਾ ਹੋਰ ਮੈਂ ਤੁਹਾਨੂੰ ਦੱਸਾਂਗਾ। ਇਹ APMC ਦੇ ਵਿੱਚ ਥੋੜ੍ਹਾ ਜਿਹਾ ਦੇਖੋ, ਸਾਨੂੰ ਥੋੜ੍ਹਾ ਜਿਹਾ ਇੱਕ ਅਸੀਂ ਸਰਕਾਰ ਦਾ ਪੱਖ ਮਾੜਾ ਜਿਹਾ ਦੇਖ ਸਕਦੇ ਹਾਂ, ਕਿਉਂਕਿ ਜੇ ਸਾਨੂੰ ਪਤਾ ਹੋਏਗਾ ਕੱਲ੍ਹ ਨੂੰ ਉਹਨਾਂ ਨੇ ਆਪਣਾ ਪੱਖ ਰੱਖਣਾ ਵਾ। ਇਹਦੇ ਫਾਇਦੇ ਕੀ ਹੈ APMC ਦੇ ਜਿਹੜੀਆਂ ਮੰਡੀਆਂ, ਸਾਹੂਕਾਰ ਦਾ ਕੋਈ ਡਾਇਰੈਕਟ ਲੈਣ ਦੇਣ ਨਹੀਂ ਰਹਿ ਗਿਆ। ਮੰਡੀ ਦੇ ਵਿੱਚ ਜਾ ਕੇ ਸਿੱਧਾ ਜ਼ਿਮੀਂਦਾਰ ਵੇਚ ਸਕਦਾ ਤੇ ਇੱਕੋ ਦਿਨ 'ਚ ਆ ਕੇ ਵੇਚ ਸਕਦਾ ਵਾ, ਨਹੀਂ ਤੇ ਜੇ ਜ਼ਿਮੀਂਦਾਰ ਆਪ ਦੁਕਾਨਾਂ ਖੋਲ੍ਹ ਕੇ ਵੇਚੇਗਾ ਤੇ ਫਿਰ ਜ਼ਿਮੀਂਦਾਰ ਕਿਹੜੇ ਵੇਲੇ ਕਰੇਗਾ। ਤੇ ਇਸ ਕਰਕੇ ਬੜੇ ਇਹਦੇ ਫਾਇਦੇ ਵੀ ਹੈ, ਥੋੜ੍ਹੇ ਬਹੁਤੇ ਨੁਕਸਾਨ ਵੀ ਹੈਗੇ ਆ, ਕਿਉਂਕਿ ਉੱਥੇ ਵੀ ਜਿਹੜੇ ਆੜ੍ਹਤੀਏ ਹੁੰਦੇ ਆ ਭਾਵੇਂ ਉਹ ਲੋਕਲ ਹੁੰਦੇ ਆ, ਆੜ੍ਹਤੀਏ ਜਿਹੜੇ ਉਹ ਇੱਕ ਗੱਲ ਚੰਗੀ ਹੈਗੀ ਕਿ ਆੜ੍ਹਤੀਏ ਭੱਜਦੇ ਨਹੀਂ ਹੈਗੇ, ਲੋਕ ਸਾਰੇ ਉੱਥੇ ਉਹਨਾਂ ਨੂੰ ਜਾਣਦੇ ਹੁੰਦੇ ਆ। ਤੇ ਜਿਹੜਾ ਇਹ ਜਿਹੜਾ ਨੁਕਸਾਨ ਹੈ ਤਾਂ ਸਭ ਤੋਂ ਵੱਡਾ ਇਹ ਵਾ ਕਿ ਉੱਥੇ ਵੀ ਜਿਹੜੀ ਜੇ ਆੜ੍ਹਤੀਏ ਸਾਰੇ ਇਕੱਠ ਕਰ ਲੈਣ ਤਾਂ ਉੱਥੇ ਵੀ ਤਕਰੀਬਨ ਰੇਟ ਜਿਹੜਾ ਇੱਕੋ ਜਿਹਾ ਹੋ ਜਾਂਦਾ ਹੈਗਾ ਮੰਡੀਆਂ ਦੇ ਵਿੱਚ। ਸਾਰੇ ਜਿਹੜੇ ਜ਼ਿਮੀਂਦਾਰ ਮੰਡੀਆਂ ਜਾਂਦੇ ਉਹਨਾਂ ਨੂੰ ਪਤਾ ਹੈਗਾ। ਹੁਣ ਇਸ ਤੋਂ ਅਗਲੀ ਮੈਂ ਗੱਲ ਕਰਾਂ, ਜੇ ਕਿਸਾਨਾਂ ਦੀ ਆਮਦਨ ਦੀ ਗੱਲ ਕਰੀਏ ਤੇ ਕਿਸਾਨਾਂ ਦੀ ਆਮਦਨ ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਉਸ ਤੋਂ ਬਾਅਦ ਤੋਂ ਲੈ ਕੇ ਸਿਰਫ ਅਜੇ ਤੱਕ 21 ਗੁਣਾ ਵਧੀ ਹੈ। ਤੇ ਬਾਕੀ ਜੇ ਗੱਲਾਂ ਕਰੀਏ ਇਹਨਾਂ ਦੇ, ਜੇ ਅਸੀਂ ਕਿਸੇ ਵੀ ਮਹਿਕਮੇ ਦੀ ਜਾਂ ਮਹਿਕਮੇ ਨੂੰ ਛੱਡ ਕੇ ਅਸੀਂ ਜਾਂ ਮੰਤਰੀਆਂ ਦੀ ਗੱਲ ਕਰੀਏ ਤੇ ਇਹਨਾਂ ਦੀ ਜਿਹੜੀ ਆਮਦਨ, ਇਹਨਾਂ ਦੀ ਜਿਹੜੀਆਂ ਤਨਖਾਹਾਂ, ਇਹਨਾਂ ਦੀਆਂ ਪੈਨਸ਼ਨਾਂ ਜਿਹੜੀਆਂ ਉਹ ਕਈ 100,000 ਗੁਣਾ ਤੱਕ ਵੀ ਵੱਧ ਗਈਆਂ ਵਾ। ਜਿਹੜਾ ਕਿਸਾਨ ਵੱਲੋਂ ਕਿਹਾ ਜਾਂਦਾ ਕਿ ਕਿਸਾਨ ਦੀ ਜਿਹੜੀ ਛੱਤ ਜਿਹੜੀ ਉਹ ਚੋਂਦੀ ਵੀ ਹੋਵੇ ਤੇ ਤਾਂ ਵੀ ਕਿਸਾਨ ਜਿਹੜਾ ਕਹਿੰਦਾ ਹੈ ਕਿ ਰੱਬਾ ਤੂੰ ਮੀਂਹ ਪਾ, ਜੇ ਮੀਂਹ ਪਾਏਗਾ ਤਾਂ ਮੇਰੀ ਫਸਲ ਨਾ ਖਰਾਬ ਹੋਏ, ਮੈਂ ਭਾਵੇਂ ਬਿਮਾਰ ਹੋ ਜਾ, ਮੇਰੀ ਛੱਤ ਭਾਵੇਂ ਚੋਂਦੀ ਰਹੇ ਪਰ ਮੇਰੀ ਫਸਲ ਜਿਹੜੀ ਉਹ ਨਾ ਹੋਏ। ਹੁਣ ਇਸ ਤੋਂ ਇਲਾਵਾ ਫਿਰ ਅਸੀਂ ਦੇਖਾਂਗੇ ਕਿ ਹੁਣ 3 ਕਾਨੂੰਨ ਕੀ ਆ। 3 ਕਾਨੂੰਨ ਦਾ ਮੈਂ ਤੁਹਾਨੂੰ ਸ਼ੋਅ ਕਰਾਂਗਾ ਕਿ 3 ਕਾਨੂੰਨ ਦੇ ਮੈਂ 3 ਕਾਨੂੰਨ ਦੇ ਪ੍ਰਿੰਟ ਆਊਟਸ ਲਏ ਆ, ਜਿਹੜੇ ਇਹ 3 ਕਾਨੂੰਨਾਂ ਦੇ ਨਾਂ ਕੀ ਹੈ ਤੇ ਇਹਦੇ ਬਾਰੇ ਤੁਹਾਡੇ ਨਾਲ ਡਿਸਕਸ ਕਰੂੰਗਾ। ਉਸ ਤੋਂ ਪਹਿਲੇ ਛੋਟੀ ਜਿਹੀ ਮੈਂ ਕਿ ਤੁਹਾਨੂੰ ਸਟੋਰੀ ਸੁਣਾਊਂਗਾ। ਸਟੋਰੀ ਕੀ ਹੈ, ਅਸਲ ਦੇ ਵਿੱਚ ਵੀ ਇੱਦਾਂ ਹੋਇਆ ਹੋਣਾ, ਜਿਹੜੇ ਬਾਹਰ ਦੇ ਬਹੁਤ ਵੱਡੀਆਂ ਕੰਪਨੀਆਂ ਜਾਂ ਜਿਹੜੇ ਕਾਰਪੋਰੇਟ ਘਰਾਣੇ 에ਅਰਲਾਈਨਸ ਵਰਗੇ ਹੋਰ ਸਾਰਿਆਂ ਨੂੰ ਪਤਾ ਹੀ ਆ, ਉਹ ਮੋਦੀ ਸਾਹਿਬ ਕੋਲ ਗਏ ਹੋਣੇ ਜਾਂ ਹੋਰ ਸਰਕਾਰ ਜਿਹੜੇ ਸ਼ਾਹ ਜੀ ਕੋਲ ਗਏ ਹੋਣੇ ਤੇ ਇਹਨਾਂ ਕੋਲ ਜਾ ਕੇ ਤੇ ਇਹਨਾਂ ਨੇ ਕਿਹਾ ਹੋਣਾ ਕਿ ਬਈ ਦੱਸੋ ਕਿ ਹੁਣ ਅਸੀਂ ਬਾਕੀ ਥਾਵਾਂ ਤੋਂ ਅਸੀਂ ਬਥੇਰਾ ਪੈਸਾ ਕਮਾ ਲਿਆ, ਬੈਂਕਾਂ ਨੂੰ ਵੀ ਲੁੱਟ ਲਿਆ, ਸਭ ਕੁਝ ਕਰ ਲਿਆ, ਤੇ ਹੁਣ ਅਸੀਂ ਹੋਰ ਪੈਸਾ ਕਿੱਦਾਂ ਕਮਾਈਏ, ਕਿਹੜਾ ਬਿਜ਼ਨਸ ਕਰੀਏ ਜਿਹੜੇ ਬਿਜ਼ਨਸ ਦੇ ਵਿੱਚ ਕਿ ਸਾਨੂੰ ਬਹੁਤ ਜਿਹੜੀ ਸਾਡਾ ਵੱਡੀ ਅਸੀਂ ਕਮਾਈ ਕਰ ਸਕੀਏ। ਤੇ ਫਿਰ ਇਹਨਾਂ ਨੇ ਆਪਸ ਵਿੱਚ ਸਲਾਹ ਕੀਤੀ ਹੋਣੀ ਕਿ ਬਈ ਅਸੀਂ ਜ਼ਿਮੀਂਦਾਰ ਦੀ ਜਿਹੜੀ ਫਸਲ ਖਰੀਦੀਏ, ਕਿ ਜਿਹੜਾ ਜ਼ਿਮੀਂਦਾਰ ਦੀ ਫਸਲ ਲੈ ਕੇ ਆਟਾ ਜਿਹੜਾ 10-20 ਰੁਪਏ ਕਿਲੋ ਤੇ 30 ਰੁਪਏ ਕਿਲੋ ਸਾਨੂੰ ਮਿਲ ਜੇ, ਉਹਦਾ ਅਸੀਂ ਮੈਦਾ ਬਣਾ ਕੇ ਬਰਗਰ ਉਹ ਕੰਪਨੀਆਂ ਵੇਚਦੇ ਆ, ਇਹਨਾਂ ਨੂੰ ਵੇਚ ਸਕਦੇ ਆ, ਬੜੇ ਮਹਿੰਗੇ ਰੇਟ ਦੇ ਵਿੱਚ ਵੇਚ ਸਕਦੇ ਆ। ਤੇ ਫਿਰ ਇਹਨਾਂ ਨੇ ਕੀ ਕੀਤਾ, ਪਰ ਨਰਿੰਦਰ ਮੋਦੀ ਜੀ ਨੇ ਇਹਨਾਂ ਨੂੰ ਕੀ ਕਿਹਾ ਹੋਣਾ ਕਿ ਬਈ ਤੁਸੀਂ ਇਹ ਕਰ ਤੇ ਸਕਦੇ ਹੋ ਪਰ 3 ਅੜਚਨਾਂ ਵਾ। 3 ਅੜਚਨਾਂ ਕੀ ਹੈਗੀਆਂ ਵਾ, ਹੁਣ ਮੈਂ ਤੁਹਾਨੂੰ 3 ਅੜਚਨਾਂ ਦੱਸਣ ਲੱਗਾ ਵਾ। 3 ਅੜਚਨਾਂ ਇਹੋ ਹੀ ਹੈ। ਪਹਿਲੀ ਅੜਚਨ ਹੈਗੀ ਹੈ MSP, ਦੂਸਰੀ ਅੜਚਨ ਹੈਗੀ ਹੈ APMC ਤੇ ਤੀਸਰੀ ਅੜਚਨ ਜਿਹੜੀ ਹੈਗੀ ਹੈ ਉਹ ਅੜਚਨ ਹੈਗੀ ਹੈ ਐਸੈਂਸ਼ੀਅਲ ਕੋਮੋਡਿਟੀ ਐਕਟ, ਜਿਹੜਾ ਕਿ ਅਸੀਂ ਵੱਧ ਜਿਹੜੀਆਂ 1955 ਦਾ ਐਕਟ ਹੈ, ਇਹ 3 ਕਾਨੂੰਨ ਹੈਗੇ ਆ। 3 ਕਾਨੂੰਨਾਂ ਦੇ ਰਹਿੰਦੇ ਕਹਿੰਦੇ ਤੁਸੀਂ ਇਹ ਕੰਮ ਨਹੀਂ ਕਰ ਸਕਦੇ। ਤੇ ਉਹਨਾਂ ਨੇ ਫਿਰ ਜਿਹੜੇ ਸਾਡੇ ਪ੍ਰਧਾਨ ਮੰਤਰੀ ਜੀ ਦੇ ਉੱਤੇ ਫੋਰਸ ਪਵਾ ਕੇ ਜਾਂ ਫਿਰ ਜੋ ਵੀ ਇਹਨਾਂ ਦੀ ਡੀਲਿੰਗ ਹੋਈ ਹੈ, ਸਾਰੇ ਸਮਝ ਸਕਦੇ ਕੀ ਡੀਲਿੰਗ ਹੋਈ ਹੋਣੀ ਇਹਨਾਂ ਦੀ, ਇਹ ਡੀਲਿੰਗ ਕਰਾ ਕੇ 3 ਚੀਜ਼ਾਂ ਜਿਹੜੀਆਂ ਖਤਮ ਕਰਾਈਆਂ ਗਈਆਂ ਤੇ ਨਵੇਂ ਜਿਹੜੇ 3 ਕਾਨੂੰਨ ਲਿਆਂਦੇ ਗਏ। ਹੁਣ ਮੈਂ 3 ਕਾਨੂੰਨਾਂ ਦੇ ਵਿੱਚ ਸ਼ਾਇਦ ਵੀਡੀਓ ਲੰਬੀ ਹੋ ਰਹੀ ਹੈ। 3 ਕਾਨੂੰਨ ਜਿਹੜੇ ਕੀ ਹੈ ਉਹਨਾਂ ਬਾਰੇ ਮੈਂ ਦੱਸਦਾ ਕਿ ਉਹ ਆਹੇ ਕਿੱਦਾਂ ਵਾ। ਸੰਵਿਧਾਨ ਦੀ ਜਿਹੜੀ ਸੈਕਸ਼ਨ ਹੈਗਾ ਵਾ ਸੰਵਿਧਾਨ ਦਾ, ਆਰਟੀਕਲ, ਉਹਨੂੰ ਆਪਾਂ ਕਹਾਂਗੇ ਆਰਟੀਕਲ ਅਨੁਛੇਦ 123 ਦਾ 1 ਹੈ, ਉਹਦੇ ਵਿੱਚ ਕਲੀਅਰ ਕੱਟ ਲਿਖਿਆ ਵਾ ਕਿ ਜਿਹੜਾ ਕੋਈ ਵੀ ਰਾਸ਼ਟਰਪਤੀ ਜਿਹੜਾ ਉਹ ਕਿਸੇ ਵੇਲੇ ਜਿਸ ਵੇਲੇ ਬਹੁਤ ਜ਼ਰੂਰੀ ਸਮਝੇ ਤੇ ਸੰਸਦ ਜਿਹੜੀ ਆਪਣੇ ਅਧਿਵੇਸ਼ਨ ਦੇ ਵਿੱਚ ਆਪਣਾ ਸੰਸਦ ਦਾ ਪਾਰਲੀਮੈਂਟ ਨਾ ਬੈਠੀ ਹੋਵੇ ਤੇ ਫਿਰ ਕੀ ਹੁੰਦਾ ਵਾ ਕਿ ਬੜੀ ਈਜ਼ੀਲੀ ਰਾਸ਼ਟਰਪਤੀ ਨੂੰ ਇਹ ਪਾਵਰ ਦਿੱਤੀ ਗਈ ਹੈ ਕਿ ਤੂੰ ਕੋਈ ਵੀ ਕਾਨੂੰਨ ਦੇਸ਼ ਦੇ ਹਿੱਤ ਵਿੱਚ ਲੈ ਕੇ ਆ ਸਕਦਾ। 123 ਆਰਟੀਕਲ 123(1) ਦੇ ਵਿੱਚ। ਪਰ ਮੈਨੂੰ ਅਜੇ ਤੱਕ ਇਹ ਵੀ ਨਹੀਂ ਗੱਲ, ਹੁਣ ਮੈਂ ਥੋੜਾ ਜਿਹਾ ਇੱਥੇ ਤੁਹਾਨੂੰ ਪੜ੍ਹ ਕੇ ਵੀ ਦੱਸੂਗਾ, ਜਿਹੜੇ ਵੀਰ ਮੇਰੇ ਪੜ੍ਹੇ ਲਿਖੇ ਨੇ ਉਹ ਆਪਣੇ ਆਪ ਸਮਝ ਜਾਣ, ਬਾਕੀ ਮੈਂ ਟਰਾਂਸਲੇਟ ਵੀ ਕਰ ਦੂੰਗਾ। ਇਹਦੇ ਪ੍ਰੀਐਂਬਲ ਦੇ ਵਿੱਚ ਇਹ ਪਹਿਲਾ ਕਾਨੂੰਨ ਹੈ। ਕਾਨੂੰਨ ਦਾ ਨਾਮ ਕੀ ਹੈ? ਦਾ ਫਾਰਮਰ ਪ੍ਰੋਡਿਊਸ ਟ੍ਰੇਡ ਐਂਡ ਕਮਰਸ ਪ੍ਰਮੋਸ਼ਨ ਐਂਡ ਫੈਸਿਲੀਟੇਸ਼ਨ ਆਰਡੀਨੈਂਸ 2020। ਇਹ ਇਹਦਾ ਨਾਂ ਜੀ ਪੂਰਾ, ਸਾਨੂੰ ਵੀ ਨਾਂ ਚੇਤੇ ਨਹੀਂ ਰਹਿਣਾ, ਮੈਨੂੰ ਵੀ ਨਹੀਂ ਚੇਤੇ ਰਹਿਣਾ। ਜੇ ਗੱਲ ਕਰੀਏ ਇੰਨੀ ਜਲਦੀ ਚੇਤੇ ਨਹੀਂ ਰਹਿਣਾ ਜਦੋਂ ਤੱਕ 5-7-10 ਵਾਰੀ ਪੜ੍ਹੀਏ ਨਾ। ਪਰ ਜੇ ਸਿੱਧੇ ਤਰੀਕੇ ਨਾਲ ਦੇਖੀਏ ਤੇ ਫਾਰਮਰ ਪ੍ਰੋਡਿਊਸ, ਤੁਸੀਂ ਕਹਿ ਲਓ ਕਿ ਫਾਰਮਰ ਵਾਸਤੇ ਪੰਗਾ ਪਾਤਾ। F ਫॉर ਫਾਰਮਰ, P ਫॉर ਪ੍ਰੋਡਿਊਸ, ਫਾਰਮਰ ਦਾ ਪੰਗਾ ਹੈ ਜਾਂ ਫਾਲਤੂ ਦਾ ਪੰਗਾ ਵੀ ਕਹਿ ਸਕਦੇ ਆ। ਫਾਲਤੂ ਦੇ ਪੰਗੇ ਤੋਂ ਇਹ ਕਾਨੂੰਨ ਦਾ ਨਾਂ ਸ਼ੁਰੂ ਹੁੰਦਾ ਵਾ। ਹੁਣ ਇਹਦੇ ਵਿੱਚ ਦਿੱਤਾ ਕੀ ਹੈ? ਇਹਦੇ 'ਚ ਪਹਿਲੇ ਦਿੱਤਾ ਵੇਅਰ ਐਜ਼ ਪਾਰਲੀਮੈਂਟ ਇਜ਼ ਨਾਟ ਇਨ ਸੈਸ਼ਨ।
ਦੇਖੋ ਇਹਦੀ ਪ੍ਰੀਐਂਬਲ ਦੇ ਵਿੱਚ ਇਹਦਾ ਜਿਹੜਾ ਪ੍ਰਸਤਾਵਨਾ ਹੁੰਦੀ ਹੈ ਉਹਦੇ ਵਿੱਚ ਹੀ ਦਿੱਤਾ ਗਿਆ ਵਾ ਕਿ ਪ੍ਰੀਐਂਬਲ ਵੇਅਰ ਐਜ਼ ਪਾਰਲੀਮੈਂਟ ਇਜ਼ ਨਾਟ ਇਨ ਸੈਸ਼ਨ and the president is satisfied that circumstances exist which render it necessary for him to take immediate action। ਤੇ ਇਹਨਾਂ ਨੂੰ ਬਈ ਪ੍ਰੈਜ਼ੀਡੈਂਟ ਸਮਝਦਾ ਵਾ ਕਿ ਸੈਸ਼ਨ ਜਿਹੜੀ ਸੰਸਦ ਜਿਹੜੀ ਸੈਸ਼ਨ 'ਚ ਨਹੀਂ ਬੈਠੀ ਹੈ ਤੇ ਮੈਨੂੰ ਇਮੀਡੀਏਟ ਐਕਸ਼ਨ ਲੈਣਾ ਚਾਹੀਦਾ। ਹੁਣ ਇਮੀਡੀਏਟ ਐਕਸ਼ਨ ਕਿੱਦਣ ਲਿਆ ਇਹਨਾਂ ਨੇ, ਆਹ ਜਿਹੜੀ ਡੇਟ ਤੁਸੀਂ ਜੇ ਦਿਖ ਰਹੀ ਹੈ ਜਾਂ ਫਿਰ ਇੰਟਰਨੈਟ ਦੇ ਵਿੱਚੋਂ ਡਾਊਨਲੋਡ ਵੀ ਕਰ ਸਕਦੇ ਹੋ। ਡੇਟ ਜਿਹੜੀ ਹੈਗੀ ਜੀ 5 ਜੂਨ ਨੂੰ ਇਹਨਾਂ ਨੇ ਇਮੀਡੀਏਟ ਐਕਸ਼ਨ ਲੈ ਕੇ ਤੇ ਜਿਹੜੇ ਕਾਨੂੰਨ ਸਾਡੇ ਰਾਸ਼ਟਰਪਤੀ ਜੀ ਨੇ ਲਿਆਂਦੇ। ਮੈਨੂੰ ਤਾਂ ਇਹ ਨਹੀਂ ਅਜੇ ਤੱਕ ਸਮਝ ਆਈ ਕਿ ਉਸ ਵੇਲੇ ਤੇ ਕਰੋਨਾ ਦਾ ਆਲਰੇਡੀ ਕਹਿਰ ਚੱਲ ਰਿਹਾ ਸੀ, ਚਾਈਨਾ ਦੇ ਨਾਲ ਲੜਾਈ ਲੱਗਣ ਵਾਲੀ ਸੀ ਤੇ ਉਸ ਵੇਲੇ ਐਡੀ ਕਿਹੜੀ ਐਮਰਜੈਂਸੀ ਆ ਗਈ ਜਿਹੜੀ ਕਿ ਜਿਹੜੇ ਸਾਡੇ ਰਾਸ਼ਟਰਪਤੀ ਜੀ ਨੇ ਜਿਹੜਾ ਇਹ ਲਿਆਂਦਾ। ਤੇ ਫਿਰ ਨਾਲ ਹੀ ਫਿਰ 123 ਜਿਹੜਾ ਆਰਟੀਕਲ 123 ਹੈ ਉਹਦੇ ਵਿੱਚ ਉਹਦੇ ਜ਼ਰੀਏ ਇਹਨੂੰ ਲੈ ਕੇ ਆਂਦੇਗਾ। ਹੁਣ ਇਹਦੀ ਜੇ ਮੈਂ ਇਹਦੇ ਤਾਂ ਮੈਂ ਬਹੁਤੀ ਗੱਲ ਕਰਾਂ, ਇਹਦੇ 'ਚ ਕਈ ਸੈਕਸ਼ਨ ਹੈਗੇ ਆ। ਕਿੰਨੇ ਸੈਕਸ਼ਨ ਹੈਗੇ ਆ ਉਹ ਮੈਂ ਤੁਹਾਨੂੰ ਦੱਸ ਦਿੰਦਾ ਕਿ ਇਹਦੇ 'ਚ ਜੇ ਤਕਰੀਬਨ ਇਹਦੇ 5 ਚੈਪਟਰ ਹੈ ਤੇ 19 ਸੈਕਸ਼ਨ ਹੈਗੇ ਆ। ਤੇ ਜੇ ਅਸੀਂ ਸਾਰਿਆਂ ਦੀ ਇਹਨਾਂ ਦੀ ਗੱਲ ਕਰੀਏ ਕਿ ਜੇ ਸਾਰੇ ਸੈਕਸ਼ਨਾਂ ਨੂੰ ਮੈਂ ਇੱਥੇ ਪੜ੍ਹ ਕੇ ਸੁਣਾਵਾਂ ਤੇ ਫਿਰ ਤੇ ਵੀਡੀਓ ਬਹੁਤ ਹੀ ਜ਼ਿਆਦਾ ਲੰਬੀ ਹੋਏਗੀ, ਹੋ ਸਕਦਾ ਕੋਈ ਸੁਣੇ ਵੀ ਨਾ। ਪਰ ਮੇਨਲੀ ਗੱਲ ਮੈਂ ਇੱਕ ਗੱਲ ਇਸ ਤੋਂ ਪਹਿਲੇ ਥੋੜ੍ਹੀ ਜਿਹੀ ਗੱਲ ਦਾ ਚਰਚਾ ਕਰੂੰਗਾ ਕਿ ਜਿਹੜੇ ਕਈ ਵੀਰ ਮੇਰੇ ਕਹਿ ਰਹੇ ਜੀ ਇਹਨੂੰ ਸੁਪਰੀਮ ਕੋਰਟ ਨੂੰ ਸੂ ਮੋਟੋ ਐਕਸ਼ਨ ਲੈਣਾ ਚਾਹੀਦਾ, ਕਈ ਵਕੀਲ ਕਹਿ ਰਹੇ ਨੇ। ਪਰ ਉਹਦੇ 'ਚ ਮੈਂ ਦੱਸ ਦਿੰਦਾ ਕਿ ਜੀ ਜਿਹੜਾ ਸੁਪਰੀਮ ਕੋਰਟ ਉੱਥੇ ਸਿਊਮੋਟ ਐਕਸ਼ਨ ਲੈਂਦਾ ਹੈ, ਖਾਸ ਕਰਕੇ ਇੰਡੀਆ ਦੇ ਵਿੱਚ ਉੱਥੇ ਸਿਊਮੋਟ ਐਕਸ਼ਨ ਲੈਂਦਾ ਜਿੱਥੇ ਜੇ ਕੋਈ ਵੀ ਗੱਲ ਜਿਹੜੀ ਫੰਡਾਮੈਂਟਲ ਰਾਈਟ ਆ, ਜਿਹੜੇ ਮੌਲਿਕ ਅਧਿਕਾਰ ਆ ਉਹਨਾਂ ਦੇ ਉਲਟ ਹੋਵੇ। ਫੰਡਾਮੈਂਟਲ ਰਾਈਟ ਜਿਹੜੇ ਰਾਈਟਸ ਦੇ ਉਲਟ ਹੋਵੇ ਤਾਂ ਕਰਕੇ ਸੁਪਰੀਮ ਕੋਰਟ ਇੰਟਰਫੇਅਰ ਕਰਦਾ। ਤੇ ਜਾਂ ਫਿਰ ਜਿਹੜਾ ਸੰਵਿਧਾਨ ਦੇ ਬੇਸਿਕ ਸਟਰਕਚਰ ਹੈ ਜਿਹੜਾ ਉਹਦੇ ਉਲਟ ਹੋਵੇ ਤੇ ਤਾਂ ਕਰਕੇ ਫਿਰ ਇੰਟਰਫੇਅਰ ਕਰਦਾ। ਪਰ ਇੱਥੇ ਅਸੀਂ ਦੇਖ ਸਕਦੇ ਹਾਂ ਕਿ ਇੱਥੇ ਤੁਸੀਂ ਸੰਵਿਧਾਨ ਦੇ ਜਿਹੜੇ ਮੇਰੇ ਵੀਰਾਂ ਨੇ ਸੰਵਿਧਾਨ ਪੜ੍ਹਿਆ, ਉਹਨਾਂ ਸੰਵਿਧਾਨ ਦੇ ਇੱਕ 7 ਸ਼ਡਿਊਲ ਦਿੱਤਾ ਗਿਆ। 7 ਸ਼ਡਿਊਲ ਦੇ ਵਿੱਚ 3 ਪ੍ਰਕਾਰ ਦੀਆਂ ਲਿਸਟਾਂ ਦਿੱਤੀਆਂ ਗਈਆਂ। ਉਹ ਲਿਸਟਾਂ ਕਿਹੜੀ ਹੈ, ਇੱਕ ਹੈਗੀ ਸਟੇਟ ਲਿਸਟ ਜਿਹੜੀ ਕਿ ਸਰਕਾਰ ਦੀ ਲਿਸਟ ਹੈ। ਉਹਦੇ 'ਚ ਦੱਸਿਆ ਕਿ ਕਿਹੜੇ ਮੁੱਦਿਆਂ ਦੇ ਉੱਤੇ ਸਰਕਾਰ ਜਿਹੜੀ ਰਾਜ ਸਰਕਾਰ ਸਟੇਟ ਜਿਹੜੀ ਉਹ ਕਾਨੂੰਨ ਬਣਾ ਸਕਦੀ ਹੈ। ਇੱਕ ਹੈਗੀ ਯੂਨੀਅਨ ਲਿਸਟ ਤੇ ਤੀਸਰੀ ਹੈਗੀ ਹੈ ਕੌਨਕਰੈਂਟ ਲਿਸਟ। ਯੂਨੀਅਨ ਲਿਸਟ ਦੇ ਵਿੱਚ ਦਿੱਤਾ ਕਿ ਸੈਂਟਰ ਕਿਹਨਾਂ ਦੇ ਉੱਤੇ ਕਾਨੂੰਨ ਬਣਾ ਸਕਦੀ ਹੈ ਤੇ ਕੌਨਕਰੈਂਟ ਲਿਸਟ ਦੇ ਵਿੱਚ ਦਿੱਤਾ ਹੈ ਕਿ ਜਿਹੜੀ ਦੋਨੋਂ ਕੋਈ ਇੱਦਾਂ ਦੇ ਮੁੱਦੇ ਜਿਨ੍ਹਾਂ ਦੇ ਦੋਨੋਂ ਹੀ ਕੇਂਦਰ ਸਰਕਾਰ ਵੀ ਤੇ ਰਾਜ ਸਰਕਾਰਾਂ ਵੀ ਜਿਹੜੀਆਂ ਕਾਨੂੰਨ ਬਣਾ ਸਕਦੀਆਂ। 14 ਨੰਬਰ ਜਿਹੜਾ ਇਹ ਸਟੇਟ ਦੀ ਲਿਸਟ ਹੈ ਉਹਦੇ 14 ਨੰਬਰ ਜਿਹੜੀ ਐਂਟਰੀ ਹੈ, ਐਂਟਰੀ ਨੰਬਰ 14 ਦੇ ਵਿੱਚ ਐਗਰੀਕਲਚਰ ਕਲੀਅਰ ਕੱਟ ਲਿਖਿਆ ਕਿ ਐਗਰੀਕਲਚਰ ਜਿਹੜਾ ਸਟੇਟ ਦਾ ਵਿਸ਼ਾ ਵਾ। 26 ਤੇ 27 ਦੇ ਵਿੱਚ ਲਿਖਿਆ ਟ੍ਰੇਡ ਐਂਡ ਕਮਰਸ ਤੇ ਪ੍ਰੋਡਕਸ਼ਨ ਤੇ ਸਪਲਾਈ ਐਂਡ ਡਿਸਟ੍ਰੀਬਿਊਸ਼ਨ। ਇਹ ਜਿਹੜਾ ਵਿਸ਼ਾ ਹੈਗਾ 27 ਨੰਬਰ ਐਂਟਰੀ ਦੇ ਵਿੱਚ ਦਿੱਤਾ ਸਟੇਟ ਵਾਲੀ ਲਿਸਟ ਦੇ ਵਿੱਚ। ਸਟੇਟ ਵਾਲੀ ਲਿਸਟ ਦੇ ਵਿੱਚ ਦਿੱਤਾ ਕਿ ਇਹਦੇ 'ਚ ਹੈਗਾ। ਪਰ ਕਈ ਲੋਕ ਕਹਿੰਦੇ ਕਿ ਜਿਹੜੀ ਕੌਨਕਰੈਂਟ ਲਿਸਟ ਹੈ ਉਹਦੀ ਐਂਟਰੀ ਨੰਬਰ 33 ਦੇ ਵਿੱਚ ਲਿਖਿਆ ਕਿ ਜਿਹੜੀ ਇਹ ਵਿਸ਼ੇ ਹੈ ਨਾ ਜਿਹੜੇ ਐਂਟਰੀ ਨੰਬਰ 26 ਤੇ ਐਂਟਰੀ ਨੰਬਰ 27 ਸਟੇਟ ਲਿਸਟ, ਇਹ ਦੱਸਿਆ ਕਿ ਇਹ 33 ਨੰਬਰ ਲਿਸਟ ਦੇ ਅਧੀਨ ਰਹਿਣਗੇ। ਕਹਿਣ ਤੋਂ ਭਾਵ ਕਿ ਜਿਹੜੀ ਸਟੇਟ ਹੈ। ਦੂਸਰੀ ਗੱਲ ਸਾਡੇ ਆਰਟੀਕਲ ਦੇ ਵਿੱਚ ਇੱਕ ਹੈਗਾ 254 ਆਰਟੀਕਲ ਸਾਡੇ ਸੰਵਿਧਾਨ ਦੇ ਵਿੱਚ 254 ਦੇ ਵਿੱਚ ਲਿਖਿਆ ਹੋਇਆ ਕਿ ਜਿੱਥੇ ਕਿਤੇ ਮਤਭੇਦ ਪੈਦਾ ਹੋਵੇ ਕਿਹਦਾ, ਸੈਂਟਰ ਗੌਰਮੈਂਟ ਦਾ ਤੇ ਸਟੇਟ ਗੌਰਮੈਂਟ ਦਾ ਕਿਸੇ ਮੁੱਦੇ ਦੇ ਉੱਤੇ, ਤੇ ਉੱਥੇ ਜਿਹੜਾ ਤਰਜੀਹ ਕਿਹਨੂੰ ਦਿੱਤੀ ਜਾਏਗੀ, ਸੁਪਰੀਮ ਕੋਰਟ ਉੱਥੇ ਤਰਜੀਹ ਦੇਵੇਗੀ ਸੈਂਟਰ ਨੂੰ ਤਰਜੀਹ ਦਿੱਤੀ ਜਾਏਗੀ ਕਿ ਸੈਂਟਰ ਤਰਜੀਹ ਉਹਨੂੰ ਹੈ ਕਿ ਬਈ ਉਹ ਜੋ ਕਾਨੂੰਨ ਬਣਾ ਰਹੀ ਹੈ ਉਹ ਕਾਨੂੰਨ ਠੀਕ ਹੈਗਾ ਵਾ। ਇਸ ਕਰਕੇ ਜੇ ਅਸੀਂ ਉਮੀਦ ਕਰੀਏ ਭਾਰਤ ਦੀ ਸਰਕਾਰ ਤੋਂ ਜਾਂ ਫਿਰ ਸੁਪਰੀਮ ਕੋਰਟ ਤੋਂ ਬਹੁਤੀ ਉਮੀਦ ਕਰੀਏ ਕਿ ਇਹ ਚੀਜ਼ ਟੁੱਟੇਗੀ, ਇਹ ਟੁੱਟਣ ਵਾਲੀ ਨਹੀਂ ਹੈਗੀ ਹੈ। ਇਹ ਜੇ ਟੁੱਟ ਸਕਦੀ ਹੈ ਤਾਂ ਸਿਰਫ ਕਿਸਾਨ ਜਿਹੜੇ ਏਕ ਰਹਿਣ, ਕਿਸਾਨ ਜਿਹੜਾ ਉੱਥੇ ਪ੍ਰੈਸ਼ਰ ਬਣਾਉਣ, ਹਰ ਕਿਸਾਨ ਨੂੰ ਜਿਹੜਾ ਪਤਾ ਹੋਵੇ ਕਿ ਕੱਲ੍ਹ ਨੂੰ ਜਿਹੜਾ ਮਰਜ਼ੀ ਆ ਕੇ ਮੀਡੀਆ ਲੈ ਕੇ ਤੇ ਕਿਸਾਨਾਂ ਦੇ ਅੱਗੇ ਕਹਿ ਦਿੰਦਾ ਹਾਂਜੀ ਦੱਸੋ ਕਿ MSP ਕੀ ਹੈ, PMC ਕੀ ਹੈ, ਫਿਰ ਬਾਅਦ 'ਚੋਂ ਰੌਲਾ ਪਾਉਂਦੇ ਆ। ਤੁਹਾਨੂੰ ਪਤਾ ਹੋਵੇ ਇਹ APMC ਕੀ ਹੈ, MSP ਕੀ ਹੈ। MSP ਨਹੀਂ ਤੁਹਾਨੂੰ ਯਾਦ ਰਹਿੰਦਾ, ਸਿੱਧਾ ਕਹੋ MSP ਉਹ ਹੈ ਜਿਹੜਾ ਕਿ ਮੰਡੀਆਂ ਦੇ ਵਿੱਚ ਜਿਹੜਾ ਕਿਸਾਨਾਂ ਨੂੰ ਜਿਹੜਾ ਰੇਟ ਮਿਲਦਾ ਹੈਗਾ। ਠੀਕ ਹੈ, ਜੋ ਸਰਕਾਰ ਘੱਟ ਤੋਂ ਘੱਟ ਰੇਟ ਦਿੰਦੀਆਂ, ਵੱਧ ਤੋਂ ਵੱਧ ਨਹੀਂ ਦਿੰਦੀਆਂ, ਵੱਧ ਤੋਂ ਵੱਧ ਦੇ ਹੀ ਨਹੀਂ ਸਕਦੀਆਂ ਜ਼ਿਮੀਂਦਾਰ ਦਾ। ਸਰਕਾਰ ਜੋ ਘੱਟ ਤੋਂ ਘੱਟ ਰੇਟ ਦਿੰਦੀਆਂ ਉਹ MSP ਹੈ। ਤੇ ਹੁਣ ਆਪਾਂ ਜੇ ਫਸਟ ਲਾਅ ਦੀ ਗੱਲ ਕਰੀਏ, ਤੁਹਾਨੂੰ ਮੈਂ ਦੱਸ ਦਿੱਤਾ ਕਿ ਫਸਟ ਲਾਅ ਦੀ ਜਿਹੜੀ ਸਟਾਰਟਿੰਗ ਹੀ ਹੈ FP ਦਾ ਫਾਰਮਰ ਪ੍ਰੋਡਿਊਸ ਟ੍ਰੇਡ ਐਂਡ ਕਮਰਸ ਪ੍ਰਮੋਸ਼ਨ ਐਂਡ ਫੈਸਿਲੀਟੇਸ਼ਨ ਐਕਟ 2020। ਇਹਦੇ ਟੋਟਲ 5 ਚੈਪਟਰ ਨੇ ਤੇ ਇਹਦੇ 5 ਚੈਪਟਰ ਦੇ ਵਿੱਚ 19 ਜਿਹੜੀਆਂ ਜਿਹੜੇ ਇਹਦੇ ਸੈਕਸ਼ਨ ਹੈਗੇ ਆ। ਤੇ ਇਹਦੇ 'ਚ ਵੇਅਰਐਜ਼ ਤੁਹਾਨੂੰ ਇਹਦਾ ਪੜ੍ਹ ਕੇ ਦੱਸ ਦਿੱਤਾ ਕਿ ਪ੍ਰੀਐਂਬਲ ਦੇ ਵਿੱਚ ਕਿੰਨੀ ਗਲਤੀ ਹੈ। ਸੈਕਸ਼ਨ 4 ਤੇ ਸੈਕਸ਼ਨ 5 ਦੇ ਵਿੱਚ ਇਹਦੇ 'ਚ ਲਿਖਿਆ ਕਿ ਕੋਈ ਵੀ ਬੰਦਾ ਜਿਹਦੇ ਕੋਲ ਪੈਨ ਕਾਰਡ ਹੈ ਉਹ ਆ ਕੇ ਤੁਹਾਡੀ ਫਸਲ ਖਰੀਦ ਸਕਦਾ। ਹੁਣ ਕੋਈ ਵੀ ਬੰਦਾ ਇੱਥੇ ਤੇ ਪੈਨ ਕਾਰਡ ਆ ਜਿਹੜੇ ਉਹ ਵੀ ਫਸਲ ਖਰੀਦਦੇ ਆ, ਕੋਈ ਵੀ ਪੈਨ ਕਾਰਡ ਨਕਲੀ ਵੀ ਬਣ ਜਾਂਦੇ ਆ, ਕੋਈ ਵੀ ਫਸਲ ਤੁਹਾਡੀ ਖਰੀਦ ਲੇਗਾ। ਕਈ ਇਹਨਾਂ ਦੇ ਵਿੱਚ ਸੈਕਸ਼ਨਾਂ ਵਿੱਚ ਦਿੱਤਾ ਕਿ 3 ਦਿਨ ਦੇ ਵਿੱਚ ਵੱਧ ਤੋਂ ਵੱਧ ਪੇਮੈਂਟ ਹੋਏਗੀ ਤੇ ਲੈ ਕੇ ਜੇ ਰਾਤੋਂ ਰਾਤ ਚੱਲ ਜਾਏਗਾ ਤੇ ਫਿਰ ਜ਼ਿਮੀਂਦਾਰ ਕਿਹਨੂੰ ਲੱਭੇਗਾ। ਫਿਰ ਇੱਕ ਸੈਕਸ਼ਨ 6 ਹੈ, ਉਹਦੇ ਵਿੱਚ ਇਹਨਾਂ ਨੇ ਕਲੀਅਰ ਕੱਟ ਲਿਖਿਆ ਵਾ ਕਿ ਜਿਹੜਾ ਵੀ ਬੰਦਾ ਇੱਥੇ ਫਸਲ ਖਰੀਦੇਗਾ ਚਾਹੇ ਉਹ ਕੋਈ ਵੀ ਹੈ, ਉਹਦੇ ਉੱਤੇ ਕੋਈ ਵੀ ਮਾਰਕੀਟ ਫੀਸ, ਸੈਸ, ਲੈਵੀ ਕੁਛ ਨਹੀਂ ਲੱਗੇਗਾ। ਮਤਲਬ ਸਰਕਾਰ ਉਹਦੇ ਕੋਲ ਕੁਛ ਲੈ ਹੀ ਨਹੀਂ ਸਕਦੀ।
ਹੁਣ ਇਹ ਇੱਕ ਪਾਸੇ ਕਹਿੰਦੇ ਆ ਕਿ ਅਸੀਂ APMC ਤੋੜੀ ਨਹੀਂ ਹੈ। APMC ਦੇ ਉੱਤੇ ਕਿੰਨੇ ਟੈਕਸ ਲਾਏ ਜਾ ਰਹੇ ਨੇ, ਰੂਰਲ ਡਿਵੈਲਪਮੈਂਟ ਟੈਕਸ ਲੱਗ ਰਿਹਾ, ਆੜਤੀਆਂ ਨੂੰ ਆੜਤ ਮਿਲ ਰਹੀ ਹੈ। ਤੇ ਜਦੋਂ ਇੱਕ ਪਾਸੇ ਇਹ ਜ਼ਿਮੀਂਦਾਰਾਂ ਨੂੰ ਜਿਹੜਾ ਇਹਨਾਂ ਕੋਲ ਖਰੀਦ ਰਿਹਾ ਵਾ ਬਿਜ਼ਨਸਮੈਨ, ਉਹਨੂੰ ਬਿਲਕੁਲ ਖੁੱਲਾ ਛੱਡ ਦਿੱਤਾ, ਤੇ ਨੈਚੁਰਲੀ ਉਹਨੇ ਤੇ ਥੋੜੀ ਦੇਰ ਲਈ 2-4 ਸਾਲਾਂ ਲਈ, ਜਦੋਂ ਤੱਕ ਮੰਡੀਆਂ ਨਹੀਂ ਖਤਮ ਹੁੰਦੀਆਂ ਉਦੋਂ ਤੱਕ ਉਹਨਾਂ ਨੇ ਮੰਡੀ ਤੋਂ ਘੱਟ ਰੇਟ ਦੇਣਾ, ਕਿਉਂਕਿ ਉਹਨਾਂ ਤੇ ਕੋਈ ਟੈਕਸ ਨਹੀਂ ਲਾ ਰਿਹਾ। ਇਹ ਕਿੱਥੇ ਲਿਖਿਆ? ਸੈਕਸ਼ਨ 6 ਦੇ ਵਿੱਚ, ਜਿਹੜਾ ਪਹਿਲਾ ਕਾਨੂੰਨ ਹੈ ਉਹਦੇ ਸੈਕਸ਼ਨ 6 ਦੇ ਵਿੱਚ ਲਿਖਿਆ ਮਾਰਕੀਟ ਫੀਸ ਸੈਸ ਲੈਵੀ ਕੁਝ ਨਹੀਂ ਲਾ ਸਕਦੇ ਹੈਗੇ। ਫਿਰ ਆਪਾਂ ਗੱਲ ਕਰੀਏ ਸੈਕਸ਼ਨ 8 ਦੇ ਵਿੱਚ, ਹੁਣ ਤੱਕ ਅਸੀਂ ਕੀ ਸੁਣਿਆ ਸੀ ਕਿ ਬਈ ਇਹ ਜਿਹੜਾ ਕਿਤੇ ਵੀ ਕੋਈ ਝਗੜਾ ਪਏਗਾ ਤੇ SDM ਉਹਦਾ ਨਿਵਾਰਾ ਕਰੇਗਾ। SDM ਤੋਂ ਪਹਿਲੇ ਵੀ ਇੱਕ ਪਾਵਰ ਹੈ, ਉਹ ਮੈਂ ਪਾਵਰ ਤੁਹਾਡੇ ਨਾਲ ਡਿਸਕਸ ਕਰਨ ਲੱਗਾ। ਉਹ ਪਾਵਰ ਕਿਹੜੀ ਹੈਗੀ ਹੈ? SDM ਕੋਲ ਜਾ ਕੇ ਜਦੋਂ ਕੋਈ ਕੰਪਲੇਂਟ ਜਾਏਗੀ ਤੇ SDM ਸਭ ਤੋਂ ਪਹਿਲੇ ਆਪ ਨਹੀਂ ਸੁਣਵਾਈ ਕਰੇਗਾ। SDM ਇੱਕ ਕੰਸੀਲੀਏਸ਼ਨ ਬੋਰਡ ਬਣਾ ਦੇਗਾ, ਇੱਕ ਜਿੱਦਾਂ ਕਹਿ ਸਕਦੇ ਆਪਾਂ ਕਿ ਇੱਕ ਪੰਚਾਇਤ ਬਣਾ ਦੇਗਾ ਜੀ, ਇੱਕ ਬੰਦਿਆਂ ਦੀ ਕਮੇਟੀ ਬਣਾ ਦੇਗਾ, ਉਹਦੇ 2-2 ਮੈਂਬਰ ਵੱਧ ਤੋਂ ਵੱਧ ਵੀ ਦੋਨੋਂ ਸਾਈਡਾਂ ਤੋਂ ਹੋਣਗੇ, ਤੇ ਇੱਕ ਚੇਅਰਪਰਸਨ ਹੋਏਗਾ। ਉਹ ਚੇਅਰਪਰਸਨ ਕਿਹੜਾ ਹੋਏਗਾ? ਉਹ SDM ਜਿਹਨੂੰ ਅਪਾਇੰਟ ਕਰੇਗਾ, ਆਪਣੇ ਤੋਂ ਥੱਲੇ ਕਿਸੇ ਵੀ ਇੰਪਲੋਈ ਨੂੰ ਲਾ ਸਕਦਾ। ਕਹਿਣ ਤੋਂ ਭਾਵ SDM ਤਹਿਸੀਲਦਾਰ ਨੂੰ ਵੀ ਪਾਵਰ ਦੇ ਸਕਦਾ, SDM ਜਿਹੜਾ ਉਹ ਗਰਦੌਰ ਪਟਵਾਰੀ ਨੂੰ ਵੀ ਦੇ ਸਕਦਾ। ਕਹਿਣ ਹੁਣ ਤੱਕ ਤੁਸੀਂ ਸੁਣ ਰਹੇ SDM ਨਹੀਂ, SDM ਤੋਂ ਵੀ ਥੱਲੇ ਗਰਦੌਰ ਪਟਵਾਰੀ ਵੀ ਇਸ ਚੀਜ਼ ਦਾ ਨਿਬੇੜਾ ਕਰਿਆ ਕਰਨਗੇ ਜੇ ਕੋਈ ਜ਼ਿਮੀਂਦਾਰ ਦੇ ਨਾਲ ਧੱਕਾ ਹੋਏਗਾ। ਤੇ ਹੁਣ ਤੋਂ ਆਪਾਂ ਲਾ ਲਈਏ ਕਿ ਗਰਦੌਰ ਪਟਵਾਰੀ ਜਿਹੜਾ ਉਹ ਕਿੰਨਾ ਕੁ ਸਾਡੇ ਨਾਲ ਇਨਸਾਫ ਕਰ ਸਕਦੇ ਹੈਗੇ ਆ। ਚਲੋ ਠੀਕ ਹੈ, ਉਹ ਠੀਕ ਹੈ, ਆਪਣੇ ਥਾਂ ਨੌਕਰੀਆਂ ਕਰ ਰਹੇ ਆ, ਪਰ ਜੇ ਉਹਨਾਂ ਦੇ ਉੱਤੇ ਪ੍ਰੈਸ਼ਰ ਬਣ ਜੇ ਤੇ ਮੈਂ ਸਮਝਦਾ ਨਹੀਂ ਆ ਕਿ ਉਹ ਕੋਈ ਵੀ ਇਨਸਾਫ ਕਰਨਗੇ। ਉਹ ਇਨਸਾਫ ਨਹੀਂ ਸਾਡਾ ਹੋ ਸਕਦਾ। ਤੇ ਇਸ ਕਰਕੇ ਸਿਰਫ SDM ਨਹੀਂ, SDM ਤੋਂ ਉੱਤੇ ਫਿਰ ਅੱਗੇ ਫਿਰ ਜੇ ਇਹ ਜਿਹੜਾ ਇਹਨਾਂ ਨੇ ਕਮੇਟੀ ਬਣਾਉਣੀ ਹੈਗੀ ਹੈ, ਜੇ ਇਹ ਕਮੇਟੀ ਦੇ ਵਿੱਚ ਕੋਈ ਰਾਜੀਨਾਮਾ ਨਾ ਹੋਵੇ ਤੇ ਫਿਰ SDM ਕੋਲ ਜਾਣੀ ਹੈ। SDM ਨੇ ਫਿਰ 30 ਦਿਨਾਂ ਸੁਣਵਾਈ ਕਰਨੀ ਹੈ, ਤੇ SDM ਦੇ ਕੋਲ ਵੀ ਜੇ ਕੋਈ ਬੰਦਾ ਸੈਟੀਸਫਾਈਡ ਨਹੀਂ ਹੈਗਾ ਤੇ ਫਿਰ ਉਹ ਵੱਧ ਤੋਂ ਵੱਧ DC ਕੋਲ ਜਾ ਸਕਦਾ, ਤੇ DC ਚਾਹੇ ਤੇ ਆਪ ਇਹਦੀ ਸੁਣਵਾਈ ਕਰੇ, ਚਾਹੇ ADC ਕਿਸੇ ਨੂੰ ਦੇ ਦੇ। ਤੇ ਇਦਾਂ ਦੀਆਂ ਬੜੀਆਂ, ਫਿਰ ਇਹਦੇ ਵਿੱਚ ਕੋਈ ਪੈਨਲਟੀ ਦਾ ਜ਼ਰੂਰ ਦੱਸਿਆ ਵਾ ਕਿ ਪੈਨਲਟੀ ਇੰਨੀ ਹੋਏਗੀ, ਪਰ ਜੇ ਕੋਈ ਬੰਦਾ ਜ਼ਿਮੀਂਦਾਰਾਂ ਦੀ ਫਸਲ ਮਾਰ ਕੇ ਬਹਿ ਜਾਏਗਾ, ਉਹਨਾਂ ਦੇ ਪੈਸੇ ਮਾਰ ਕੇ ਬਹਿ ਜਾਏਗਾ, ਤੇ ਜੇ ਉਹਨਾਂ ਦੇ ਉੱਤੇ ਕੋਈ ਕ੍ਰਿਮੀਨਲ ਐਕਸ਼ਨ ਨਹੀਂ ਹੋਏਗਾ। ਸੈਕਸ਼ਨ 9 ਤੇ 11 ਵਿੱਚ ਇਹੋ ਚੀਜ਼ ਦੱਸੀ ਹੈ। ਸੈਕਸ਼ਨ 13 ਦੇ ਵਿੱਚ ਇਹ ਦੱਸਿਆ ਕਿ ਜੇ ਕੋਈ ਵੀ ਅਫਸਰ ਜੇ ਕੋਈ ਐਸੀ ਗੱਲ ਕਰ ਦਿੰਦਾ ਵਾ ਕਿ ਜਿਹੜੀ ਜ਼ਿਮੀਂਦਾਰਾਂ ਦੇ ਉਲਟ ਜਾਂਦੀ ਹੈ, ਤੇ ਉਹਦੇ ਉੱਤੇ ਜੀ ਕੋਈ ਵੀ ਮਤਲਬ ਉੱਤੇ ਕੇਸ ਨਹੀਂ ਕੀਤਾ ਜਾਏਗਾ। ਠੀਕ ਹੈ ਜੀ। ਸੈਕਸ਼ਨ 15 ਦੇ ਵਿੱਚ ਦਿੱਤਾ ਹੈ ਕਿ ਕੋਰਟ ਇਹਦੇ 'ਚ ਡਾਇਰੈਕਟ ਕੋਈ ਵੀ ਐਂਟਰ ਨਹੀਂ ਕਰ ਸਕਦੀ। ਕਈ ਵਾਰੀ ਬਹੁਤ ਧੱਕਾ ਹੋਏ ਤੇ ਕੋਰਟ ਆਪ ਵੀ ਐਂਟਰ ਕਰ ਸਕਦੀ ਹੈ, ਪਰ ਸੈਕਸ਼ਨ 15 ਨੇ ਦਿੱਤਾ ਕਿ ਕੋਈ ਵੀ ਜਿਹੜੀ ਕੋਰਟ ਆ ਡਾਇਰੈਕਟ ਐਂਟਰ ਨਹੀਂ ਕਰੇਗੀ। ਸੈਕਸ਼ਨ 17 ਦੇ ਵਿੱਚ ਇਹਦੇ ਦਿੱਤਾ ਵਾ ਕਿ ਸਰਕਾਰ ਜਿਹੜੀ ਨਵੇਂ ਹੋਰ ਇਸ ਕਾਨੂੰਨ ਦੇ ਵਿੱਚ ਵੀ ਕਈ ਕਾਨੂੰਨ ਬਣਾ ਸਕਦੀ ਹੈ। ਹੁਣ ਆਪਾਂ ਦੂਸਰੇ ਕਾਨੂੰਨ ਦੀ ਗੱਲ ਕਰੀਏ, ਜੇ ਹੁਣ ਮੈਂ ਇਹਦੀਆਂ ਵੀ ਜੇ ਮੈਂ ਕਮੀਆਂ ਗਿਣਾਉਣ ਲੱਗਾ ਤੇ ਇਹਦੀਆਂ ਵੀ ਕਮੀਆਂ, ਪਰ ਦੂਜਾ ਜਿਹੜਾ ਕਾਨੂੰਨ ਆ ਉਹਨੂੰ ਉਹਨੂੰ ਕੰਟਰੈਕਟ ਐਕਟ ਇੱਕ ਹਿਸਾਬ ਦਾ ਕਿਹਾ ਜਾਂਦਾ ਕਿ ਕੰਟਰੈਕਟ ਫਾਰਮਿੰਗ ਕਿਹਾ ਜਾਂਦਾ। ਕੰਟਰੈਕਟ ਐਕਟ ਨਹੀਂ, ਕੰਟਰੈਕਟ ਫਾਰਮਿੰਗ, ਕਿ ਜਿਹੜਾ ਕੰਟਰੈਕਟ ਇੱਕ ਕੀਤਾ ਜਾਏਗਾ ਜ਼ਿਮੀਂਦਾਰਾਂ ਦੇ ਨਾਲ, ਵੱਡੀਆਂ ਕੰਪਨੀਆਂ ਆ ਕੇ ਕੰਟਰੈਕਟ ਕਰਨਗੀਆਂ। ਇਹਦੀਆਂ ਜੇ ਕਮੀਆਂ ਦੀ ਗੱਲ ਕਰੀਏ ਤੇ ਇਹਦੇ 'ਚ ਕਮੀਆਂ ਇੰਨੀਆਂ ਕਹਿ ਕਿ ਮੈਂ ਜੇ ਸਾਰੀਆਂ ਬੋਲਣ ਲੱਗਾ ਤੇ ਫਿਰ ਤੁਸੀਂ ਕਹਿਣਾ ਕਿ ਖਰੇ ਜਾਣ ਕੇ ਮੈਂ ਜੋ ਵੀ ਬੋਲ ਰਿਹਾ, ਇਹ ਜੋ ਇਹਦੇ 'ਚ ਲਿਖਿਆ, ਜੋ ਇਹਦੇ 'ਚ ਪੜ੍ਹ ਕੇ ਮੈਂ ਸਾਰਾ ਦੱਸ ਰਿਹਾ। ਇਸ ਐਗਰੀਮੈਂਟ ਦੇ ਤਹਿਤ ਕਿਸਾਨਾਂ ਦੇ ਨਾਲ ਜਿਹੜਾ ਧੱਕਾ ਹੋਣਾ, ਇਸ ਐਗਰੀਮੈਂਟ ਦੇ ਤਹਿਤ ਜਿਹੜਾ ਕਿਸਾਨਾਂ ਦੇ ਨਾਲ ਧੱਕਾ ਹੋਣਾ, ਉਹ ਧੱਕਾ ਤੁਸੀਂ ਦੇਖ ਸਕਦੇ ਹੋ। ਇਹਦੇ ਵਿੱਚ ਜਿਹੜੇ ਕਈ ਸੈਕਸ਼ਨ ਹੈਗੇ ਆ, ਇਹਦੇ ਸੈਕਸ਼ਨਾਂ ਦੇ ਵਿੱਚ ਕਲੀਅਰ ਕੱਟ ਲਿਖਿਆ ਵਾ ਕਿ ਬਈ ਤੁਸੀਂ 5 ਸਾਲ ਜਾਂ 5 ਸਾਲ ਤੋਂ ਵੱਧ ਵੀ ਤੁਸੀਂ ਉਹਨਾਂ ਨਾਲ ਕੰਟਰੈਕਟ ਕਰ ਸਕਦੇ ਆ। ਤੇ ਜੇ ਜਿਹੜੇ ਵੱਡੇ ਕੰਟਰੈਕਟ ਹੋਣਗੇ ਤੇ ਨੈਚੁਰਲੀ ਜ਼ਿਮੀਂਦਾਰ ਦੀ ਫਿਰ ਤੇ ਉਹਦੀ ਜਿਹੜੀ ਪੈਲੀ ਹੈ ਜਾਣੀ ਹੈ। ਕਈ ਥਾਂ ਲਿਖਿਆ ਹੈਗਾ ਕਿ ਬਈ ਇਹਦੇ ਵਿੱਚ ਜਿਹੜਾ ਕੰਟਰੈਕਟਰ ਹੈਗਾ ਵਾ ਜਾਂ ਜਿਹੜਾ ਉਹ ਕੀ ਕਰ ਸਕਦਾ ਵਾ ਕਿ ਇਹਦੇ 'ਚ ਕੋਈ ਵੀ ਜ਼ਿਮੀਂਦਾਰ ਦੀ ਫਸਲ ਦੇ ਉੱਤੇ ਵੱਧ ਤੋਂ ਵੱਧ ਜੇ ਜ਼ਿਮੀਂਦਾਰ ਦੀ ਸਹਿਮਤੀ ਲੈ ਲੈਂਦਾ ਵਾ, ਜ਼ਿਮੀਂਦਾਰ ਦੀ ਸਹਿਮਤੀ ਨਾਲ ਉੱਥੇ ਕੋਈ ਬਿਲਡਿੰਗ ਸਟਰਕਚਰ ਖੜਾ ਕਰ ਸਕਦਾ। ਤੇ ਜਦੋਂ ਇਹਨਾਂ ਦਾ ਕੰਟਰੈਕਟ ਮੁੱਕੇਗਾ ਤੇ ਉਹ ਸਟਰਕਚਰ ਜਿਹੜਾ ਉਹਦੀ ਜ਼ਿੰਮੇਵਾਰੀ ਤੋੜਨ ਦੀ, ਪਰ ਜੇ ਉਹ ਨਹੀਂ ਤੋੜਦਾ ਤੇ ਫਿਰ ਉਹਦੇ ਉੱਤੇ ਕੋਈ ਐਕਸ਼ਨ ਨਹੀਂ ਹੈਗਾ। ਜੇ ਉਹ ਨਹੀਂ ਤੋੜੇਗਾ ਤੇ ਕਹਿ ਦਿੱਤਾ ਗਿਆ ਕਿ ਜੇ ਉਹ ਕੋਈ ਵੀ ਬਿਲਡਿੰਗ ਬਣਾ ਦੇਗਾ, ਕੁਝ ਵੀ ਬਣਾ ਦੇਗਾ, ਤੇ ਜੇ ਉਹ ਬਾਅਦ ਵਿੱਚ ਜਦੋਂ ਕੰਟਰੈਕਟ ਖਤਮ ਹੋਣ ਦੇ ਬਾਅਦ ਨਹੀਂ ਤੋੜਦਾ ਤੇ ਉਹ ਜਿਹੜੀ ਪ੍ਰਾਪਰਟੀ ਜਿਹੜੀ ਕਿਸਾਨ ਦੀ ਸਮਝੀ ਜਾਏਗੀ। ਪਰ ਤੁਸੀਂ ਹੁਣ ਇੱਕ ਗੱਲ ਦੱਸੋ, ਜੇ ਕੋਈ ਪੱਕੀਆਂ ਇੱਟਾਂ ਲਾ ਕੇ ਕੋਈ ਚੀਜ਼ ਬਣਾ ਦੇਗਾ ਜਾਂ ਹੋਰ ਕੋਈ ਐਸੀ ਬਿਲਡਿੰਗ ਬਣਾ ਦੇਗਾ ਤੇ ਜ਼ਿਮੀਂਦਾਰ ਨੇ ਜੇ ਦੁਬਾਰਾ ਬਾਅਦ 'ਚ ਉੱਤੇ ਜੇ ਉੱਤੇ ਫਸਲ ਬੀਜਣੀ ਹੋਵੇ ਤੇ ਫਿਰ ਜ਼ਿਮੀਂਦਾਰ ਆਪਣੇ ਖਰਚੇ ਦੇ ਉੱਤੇ ਉਹਨੂੰ ਤੋੜੇਗਾ। ਉਹਨੇ 4-5 ਸਾਲਾਂ 'ਚ ਕਮਾਇਆ ਨਹੀਂ ਹੋਣਾ ਜਿੰਨਾ ਉਹਦੇ ਉੱਤੇ ਇੱਥੇ ਖਰਚਾ ਕਰੇਗਾ। 3 ਦਿਨ ਦੇ ਵਿੱਚ ਫਿਰ ਪੈਨ ਕਾਰਡ ਵਾਲਿਆਂ ਨੂੰ ਹੋਰ ਬੜੀਆਂ ਜਿਹੜੀਆਂ, ਜੇ ਮੈਂ ਸਾਰਾ ਦੱਸਾਂ ਪਰਮਾਨੈਂਟ ਸਟਰਕਚਰ ਦਾ ਵੀ ਦੱਸ ਦਿੱਤਾ ਮੈਂ ਤੁਹਾਨੂੰ। ਠੀਕ ਹੈ ਜੀ। ਇਹਦੇ 'ਚ ਮਤਲਬ ਬਹੁਤ ਕਮੀਆਂ ਹੀ ਕਮੀਆਂ। ਹੁਣ ਸਾਰੀਆਂ ਜੇ ਕਮੀਆਂ ਮੈਂ ਇੱਥੇ ਦੱਸਾਂਗਾ ਤੇ ਬਹੁਤ ਜ਼ਿਆਦਾ ਹੋ ਜਾਣਗੀਆਂ। ਪਰਟੀਕੂਲਰਲੀ ਜੇ ਕਹੋਗੇ ਤੇ ਮੈਂ ਇੱਕ ਕਾਨੂੰਨ ਦੇ ਉੱਤੇ ਵੱਖਰੀ ਵੀਡੀਓ ਬਣਾ ਕੇ ਫਿਰ ਮੈਂ ਸਾਰਾ ਸਾਂਝਾ ਕਰ ਸਕਦਾ ਵਾਂ ਕਿ ਇਹਦਾ ਨਾਮ ਜਿਹੜਾ ਫਾਰਮਰ ਇੰਪਾਵਰਮੈਂਟ ਐਂਡ ਪ੍ਰੋਟੈਕਸ਼ਨ ਐਗਰੀਮੈਂਟ ਔਨ ਪ੍ਰਾਈਸ ਇੰਸ਼ੋਰੈਂਸ, ਇਹ ਜਿਹੜਾ ਐਕਟ ਹੈਗਾ ਵਾ, ਟੋਟਲ ਇਹਦੇ 4 ਚੈਪਟਰ ਤੇ 25 ਦੀ ਸੈਕਸ਼ਨ ਹੈਗੇ ਆ। ਤੇ ਤੀਸਰਾ ਲਾਅ ਹੈਗਾ ਵਾ ਕਿ ਜਿਹੜਾ ਹੈ ਅੰਬਾਨੀ ਸਾਹਿਬ ਹੁਣੀ ਜਿਹੜੇ ਇਕੱਠਾ ਨਹੀਂ ਕਰ ਸਕਦੇ ਜੀ
ਇਹ ਕਾਨੂੰਨ ਦੀ ਰੋਕ ਸੀ ਇਹਨਾਂ ਨੂੰ ਕਿ ਬਈ ਜਿਹਦੇ ਵਿੱਚ ਇਹ ਸਟੋਰੇਜ ਨਹੀਂ ਕਰ ਸਕਦੇ, ਕਿਉਂਕਿ ਜੇ ਸਟੋਰੇਜ ਕਰਨਗੇ ਤੇ ਇਹਨਾਂ ਦੇ ਉੱਤੇ ਐਕਸ਼ਨ ਹੋਵੇਗਾ ਤੇ ਫਿਰ ਇਹ ਕਾਨੂੰਨ ਹੀ ਤੋੜ ਦਿੱਤਾ ਗਿਆ। ਇਹ ਐਸੈਂਸ਼ੀਅਲ ਕਮੋਡਿਟੀ ਐਕਟ, ਇਹ ਐਕਟ ਨੂੰ ਅਮੈਂਡਮੈਂਟ ਕਰਕੇ ਜਿਹੜੀਆਂ ਚੀਜ਼ਾਂ ਇਹਦੇ ਵਿੱਚ ਪਾਈਆਂ ਗਈਆਂ ਸੀ ਸਾਰੀਆਂ ਖਤਮ ਕਰ ਦਿੱਤੀਆਂ ਗਈਆਂ, ਤੋੜ ਦਿੱਤੀਆਂ ਗਈਆਂ। ਇਹਦੇ ਟੋਟਲ ਬਹੁਤਾ ਵੱਡਾ ਨਹੀਂ ਹੈ, ਟੋਟਲ 2 ਪੇਜਾਂ ਦਾ ਸੈਕਸ਼ਨ ਹੈਗਾ, 2 ਪੇਜਾਂ ਦਾ ਲਾ ਹੈਗਾ। 2 ਪੇਜਾਂ ਦੇ ਵਿੱਚ 3 ਜਿਹੜੇ ਇਹਦੇ ਸੈਕਸ਼ਨ ਹੈਗੇ ਆ, ਬਾਕੀ ਇਹਦੇ 'ਚ ਮੇਨ ਸਬਸੈਕਸ਼ਨ ਜਿਹੜਾ 2 ਹੀ ਹੈ। ਇਹਦੇ ਵਿੱਚ ਕਲੀਅਰ ਕੱਟ ਲਿਖਿਆ ਵਾ ਕਿ ਬੜੀਆਂ ਇਹਦੀਆਂ ਵੀ ਕਮੀਆਂ ਹੈਗੀਆਂ ਵਾ ਕਿ ਜਿਹੜਾ ਜ਼ਿਮੀਂਦਾਰ ਹੈ ਜਿਹੜਾ ਉਹ ਕੁਛ ਇਕੱਠਾ ਕਰੇ ਨਾ ਕਰੇ ਉਹਦੇ ਬਾਰੇ ਦੇ ਵਿੱਚ ਕੁਝ ਕਲੀਅਰ ਨਹੀਂ ਕੀਤਾ, ਪਰ ਜਿਹੜਾ ਵੀ ਬੰਦਾ ਇਕੱਠਾ ਕਰ ਰਿਹਾ ਕੋਈ ਨੈਚੁਰਲ ਕਲਾਈਮੇਟ ਹੀ ਆ ਗਈ, ਕੋਈ ਬਹੁਤ ਯੁੱਧ ਲੜ ਗਿਆ, ਕੁਛ ਲੱਗ ਗਿਆ ਤੇ ਫਿਰ ਸਰਕਾਰ ਆ ਕੇ ਕੰਟਰੋਲ ਕਰੇਗੀ। ਫਿਰ ਵੀ ਸਰਕਾਰ ਉੱਥੇ ਕੰਟਰੋਲ ਨਹੀਂ ਕਰ ਸਕਦੀ ਹੈ ਜਿੱਥੇ ਕਿ ਜਿਹੜੀਆਂ ਇਹ ਜਿਹੜੀਆਂ ਕੰਪਨੀਆਂ ਜਿਹੜੀਆਂ ਇਕੱਠੀਆਂ ਕਰ ਰਹੀਆਂ, ਫਾਰਮਿੰਗ ਕਰ ਰਹੀਆਂ ਜਾਂ ਸਟਾਕ ਇਕੱਠਾ ਕੀਤਾ ਵਾ, ਉਹ ਸਟਾਕ ਦੇ ਜੇ ਉਹਨਾਂ ਕੋਲ ਬਾਹਰ ਐਕਸਪੋਰਟ ਦਾ ਆਰਡਰ ਹੈਗਾ ਤੇ ਫਿਰ ਵੀ ਜਿਹੜਾ ਸਰਕਾਰ ਹੈ ਈਵਨ ਕੋਈ ਲੜਾਈ ਲੱਗ ਜੇ, ਕੁਝ ਵੀ ਹੋ ਜੇ ਤੇ ਉਹਦੇ 'ਚ ਨਹੀਂ ਆ ਸਕਦਾ। ਨਾਲ ਹੀ ਇਹਨਾਂ ਨੇ ਹੋਰ ਬੜੀਆਂ ਇਸ ਕਮੀਆਂ ਇਹਦੇ ਵਿੱਚ ਦਿੱਤੀਆਂ ਗਈਆਂ, ਪਰ ਜੇ ਮੈਂ ਸਾਰੀਆਂ ਨਹੀਂ ਡਿਸਕਸ ਕਰ ਸਕਦਾ ਤੇ ਫਿਰ ਆਪਾਂ ਹੁਣ ਤੱਕ ਇੱਥੇ ਸਮਝ ਗਏ ਹੋਣੇ, ਤਾਂ ਸਮਾਂ ਵੀ ਬਹੁਤ ਲੰਬਾ ਹੋ ਗਿਆ, ਵੀਡੀਓ ਬੜੀ ਲੰਬੀ ਹੋ ਗਈ ਹੈ ਕਿ ਬੜਾ ਆਇਆ ਗਲਤ ਤਰੀਕੇ ਨਾਲ ਹੈ। ਜਿਹੜੇ ਰਾਜ ਸਭਾ ਦੇ ਵਿੱਚ ਜਿੱਦਾਂ ਇਹ ਕਾਨੂੰਨ ਪਾਸ ਹੋਇਆ, ਰਾਜ ਸਭਾ ਸੰਡੇ 20 ਸਤੰਬਰ ਨੂੰ ਇਹ ਕਾਨੂੰਨ ਪਾਸ ਕੀਤਾ ਗਿਆ। ਉਸ ਵੇਲੇ ਜਿਹੜਾ ਸੰਡੇ ਸੀ ਉਸ ਵੇਲੇ ਸਰਕਾਰ ਨੇ ਜਿਹੜਾ ਕੀ ਕੀਤਾ ਕਿ ਇਹਨਾਂ ਦੇ ਰਾਜ ਸਭਾ ਦੇ ਵਿੱਚ ਇਹਨਾਂ ਦਾ ਕਾਨੂੰਨ ਪਾਸ ਨਹੀਂ ਹੋਣਾ, ਲੋਕ ਸਭਾ 'ਚ ਇਹਨਾਂ ਨੇ ਕਰ ਲੈਣਾ ਸੀ, ਪਰ ਰਾਜ ਸਭਾ ਦੇ ਵਿੱਚ ਸਪੀਕਰ ਦੇ ਉੱਤੇ ਪ੍ਰੈਸ਼ਰ ਬਣਾ ਕੇ ਤੇ ਉਹ ਉਹਨੂੰ ਕਹਿਤਾ ਕਿ ਜਦੋਂ ਵੋਇਸ ਵੋਟ ਨਾਲ ਪਾਸ ਕਰਾ ਦੇ, ਤੇ ਵੋਇਸ ਵੋਟ ਦੇ ਨਾਲ ਤੇ ਕਿਹੜੀ ਕਲੀਅਰ ਹੋਇਆ ਕਿੰਨੀਆਂ ਕਿੱਧਰ ਹੀ ਜਾਂ ਤੇ ਵੋਟਾਂ ਪਵਾਉਂਦੇ ਤੇ ਫਿਰ ਪਤਾ ਲੱਗਦਾ ਰਾਜ ਸਭਾ 'ਚ ਪਾਸ ਨਹੀਂ ਹੋਣਾ। ਕਾਨੂੰਨ ਪਹਿਲੀ ਗੱਲ ਤੇ ਆਇਆ ਗਲਤ ਤਰੀਕੇ ਨਾਲ, ਗਲਤ ਟਾਈਮ ਦੇ ਉੱਤੇ ਰਾਸ਼ਟਰਪਤੀ ਵੱਲੋਂ ਲਿਆਂਦੇ ਗਏ ਐਕਟ, ਫਿਰ ਜਦੋਂ ਇਹਨੂੰ ਸੰਸਦ 'ਚ ਪਾਸ ਕਰਾਏ ਗਏ ਆ, ਰਾਜ ਸਭਾ ਦੇ ਵਿੱਚ ਬਿਲਕੁਲ ਗਲਤ ਤਰੀਕੇ ਨਾਲ ਪਾਸ ਕਰਾਏ ਗਏ ਆ, ਤੇ ਫਿਰ ਉਹਦੇ ਬਾਅਦ ਵਿੱਚ ਸਿਰਫ ਤੇ ਸਿਰਫ ਵੱਡਿਆਂ ਘਰਾਣਿਆਂ ਨੂੰ ਪ੍ਰੋਫਿਟ ਦੇਣ ਵਾਸਤੇ, ਵੱਡੀਆਂ ਕੰਪਨੀਆਂ ਨੂੰ ਜਿਹੜਾ ਇਸ ਕੰਮ ਦੇ ਵਿੱਚ ਲਿਆਉਣ ਵਾਸਤੇ ਤੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਪਰੇ ਹੋਣ ਨੂੰ ਸਰਕਾਰ ਨੇ ਬਣਾਏ ਹੈ। APMC ਮੰਡੀਆਂ ਜਿਹੜੀਆਂ ਇੱਕ ਹਿਸਾਬ ਦੀਆਂ ਬੰਦ ਹੀ ਹੋ ਜਾਣੀਆਂ, ਕਿਉਂਕਿ ਜਦੋਂ ਉਹਨਾਂ ਦੇ ਉੱਤੇ ਇੰਨੇ ਟੈਕਸ ਲੱਗ ਰਹੇ ਆ ਤੇ ਬਾਕੀ ਜਿਹੜੇ ਟੈਕਸ ਨਹੀਂ ਲੱਗ ਰਹੇ ਤੇ ਅਲਟੀਮੇਟਲੀ ਖਤਮ ਹੋਣਾ ਵਾ। FCI ਦੇ ਮੁਲਾਜ਼ਮ ਖਤਰੇ ਦੇ ਵਿੱਚ ਹੈ। ਕਿਸਾਨ ਦੀ ਜਿਹੜੀ ਇਕਨੋਮੀ, ਹੁਣ ਸਾਡਾ ਦੇਸ਼ ਜਿਹੜਾ ਪੰਜਾਬ ਹੈ ਇਹਨੇ ਕਿੰਨਾ ਕੁਛ ਜਿਹੜਾ ਦੇਸ਼ ਵਾਸਤੇ ਕੀਤਾ ਵਾ, ਜੇ ਆਪਾਂ ਬਾਕੀ ਸਾਰੀਆਂ ਗੱਲਾਂ ਛੱਡ ਦਈਏ, ਪਰ ਜੇ ਅਸੀਂ ਖੇਤੀਬਾੜੀ ਦੀ ਗੱਲ ਕਰੀਏ ਤੇ ਖੇਤੀਬਾੜੀ ਦੇ ਵਿੱਚ ਹੀ ਅਸੀਂ ਜੇ ਦੇਸ਼ ਦਾ ਢਿੱਡ ਭਰਿਆ, ਤੇ ਹੁਣ ਜੇ ਅੱਜ ਦੇਸ਼ ਜੇ ਪੂਰਾ ਅਨਾਜ ਮਿਲਣ ਲੱਗ ਪਿਆ ਦੇਸ਼ ਨੂੰ, ਤੇ ਇੱਕ ਝਟਕੇ ਦੇ ਵਿੱਚ ਇੱਥੇ ਦੀ ਇਕਨੋਮੀ ਨੂੰ ਤੋੜ ਦੇਣਾ, ਇਹਨਾਂ ਦਾ MSP ਤੋੜ ਦੇਣੀ, ਹਰ ਇੱਕ ਚੀਜ਼ਾਂ ਕਿੱਡੀ ਕੁ ਉਚਿਤ ਹੈਗੀ ਹੈ। ਕਾਲਾ ਬਾਜ਼ਾਰੀ ਫਿਰ ਹੋਣੀ ਹੈ, ਇਹ ਜਿਹੜੀਆਂ ਵੱਡੀਆਂ ਕੰਪਨੀਆਂ ਇਹਨਾਂ ਨੇ ਬੜੇ ਤਕੜੇ ਸਟੋਰੇਜ ਜਿਹੜੀ ਇਹਨਾਂ ਨੇ ਕਰਨੀ ਹੈਗੀ ਹੈ। ਰਾਸ਼ਨ ਦੀਆਂ ਸਕੀਮਾਂ, ਇੱਕ ਗੱਲ ਮੈਂ ਲਾਸਟ ਵਿੱਚ ਇਹ ਕਹਾਂਗਾ ਕਿ ਜਿਹੜੀਆਂ ਰਾਸ਼ਨ ਦੀਆਂ ਜਿੰਨੀਆਂ ਸਕੀਮਾਂ ਚਲਾਈ ਜਾ ਰਹੀਆਂ ਵਾ, ਜਿਹੜੀਆਂ ਕਿ ਆਪਣੇ ਮਨਮੋਹਨ ਸਿੰਘ ਜੀ ਨੇ ਇਹਨਾਂ ਨੇ ਇਹ ਕਾਨੂੰਨ ਬਣਾਇਆ ਸੀ, ਇਹ ਕਾਨੂੰਨ ਸੀ ਕਿ ਨੈਸ਼ਨਲ ਫੂਡ ਸਿਕਿਉਰਿਟੀ ਐਕਟ। ਨੈਸ਼ਨਲ ਫੂਡ ਸਿਕਿਉਰਿਟੀ ਐਕਟ ਦੇ ਵਿੱਚ ਕਈ ਸਕੀਮਾਂ ਚਲਾਈਆਂ ਗਈਆਂ ਸੀ ਕਿ ਜਿਹੜੇ ਜ਼ਿਮੀਂਦਾਰਾਂ ਨੂੰ ਹੋਰ ਜਿਹੜਾ ਅਨਾਜ ਮਿਲ ਰਿਹਾ, ਜਿਹੜਾ ਗਰੀਬਾਂ ਨੂੰ ਅਨਾਜ ਮਿਲ ਰਿਹਾ ਹੈਗਾ ਵਾ, ਕਿ ਉਹਦੇ ਵਿੱਚ ਜਿਹਨਾਂ ਦੀ ਹੈਗੀ ਹੈ ਆਮਦਨ, ਜਿਹਨਾਂ ਦੀ ਘੱਟ ਹੈਗੀ ਹੈ, ਉਹਨਾਂ ਨੂੰ 2-2, 3-3, 4-4 ਰੁਪਏ ਕਿਲੋ ਦੇ ਹਿਸਾਬ ਨਾਲ, ਤੁਹਾਨੂੰ ਪਤਾ ਹੀ ਹੈ ਜਿਹੜੇ ਬੰਦੇ ਲੈ ਰਹੇ ਸਾਰੇ ਉਹਨਾਂ ਨੂੰ ਪਤਾ। ਪਰ ਇੱਕ ਗੱਲ ਮੈਂ ਕਲੀਅਰ ਕਹੂੰਗਾ ਕਿ ਉਹ ਜਿਹੜੇ ਲੈ ਰਹੇ ਆ ਉਹ ਭੁੱਲ ਜਾਓ, ਕਿਉਂਕਿ ਜਦੋਂ ਸਰਕਾਰ ਕੋਲ ਦੇਣ ਵਾਸਤੇ ਰਾਸ਼ਨ ਹੀ ਨਹੀਂ ਹੋਣਾ, ਹੁਣ ਤੇ FCI ਦੀ ਮੰਡੀਆਂ ਦੇ ਵਿੱਚ ਇਕੱਠਾ ਤੇ ਸਰਕਾਰ ਦੇ ਰਹੀ ਹੈ। ਸਰਕਾਰ ਨੂੰ 20 ਰੁਪਏ ਕਿਲੋ ਜੇ ਮੰਨ ਲਓ ਕਣਕ ਪੈ ਰਹੀ ਹੈ ਤੇ ਉਹ ਦੇ ਵੀ ਰਹੀ ਹੈ, ਭਾਵੇਂ ਉਹ ਸਬਸਿਡੀ ਦੇ ਕੇ ਉਹਨਾਂ ਨੂੰ ਸਸਤਾ ਦੇ ਰਹੀ ਹੈ, ਪਰ ਜਿੱਥੇ ਸਾਰਾ ਕੁਝ ਕੰਟਰੋਲ ਹੀ ਜਿਹੜਾ ਪ੍ਰਾਈਵੇਟ ਹੱਥਾਂ ਦੇ ਵਿੱਚ ਚਲਾ ਗਿਆ, ਉਹਨਾਂ ਦੀ ਮਰਜ਼ੀ ਹੈ 50 ਰੁਪਏ ਦੇਣ, ਉਹਨਾਂ ਦੀ ਮਰਜ਼ੀ ਹੈ 100 ਰੁਪਏ ਕਿਲੋ ਦੇਣ, ਤੇ ਫਿਰ ਉੱਥੇ ਸਰਕਾਰਾਂ ਨੇ ਆਟੋਮੈਟਿਕ ਹੀ ਹੱਥ ਖੜੇ ਕਰਨੇ ਆ। ਸਕੂਲਾਂ ਵਿੱਚ ਜਿਹੜੀ ਮਿਡ ਡੇ ਮੀਲਾਂ ਜਿਹੜੀਆਂ ਚੱਲ ਰਹੀਆਂ ਉਹ ਵੀ ਸਾਰੀਆਂ ਖਤਮ ਹੋ ਜਾਣੀਆਂ। ਕੋਈ ਵੀ ਨਵਾਂ ਬੰਦਾ ਆਏਗਾ ਪੈਨ ਕਾਰਡ ਦਿਖਾ ਕੇ ਸਰਕਾਰਾਂ ਜ਼ਿਮੀਂਦਾਰਾਂ ਨਾਲ ਧੋਖਾ ਕਰ ਸਕਦਾ, ਕੋਈ ਸਜ਼ਾ ਦਾ ਸਿਸਟਮ ਨਹੀਂ ਹੈ, ਕੋਈ ਜੁਡੀਸ਼ਰੀ ਇੰਟਰਵੀਨ ਨਹੀਂ ਕਰ ਸਕਦੀ ਇਹਦੇ। ਸਰਕਾਰ ਦੀ ਬਿਲਕੁਲ ਨਿਕੰਮੀ ਜਿਹੜੀ ਸੋਚ ਹੈ, ਨਿਕੰਮਾ ਪਾਣਾ ਜਿਹੜਾ ਸਰਕਾਰ ਦਾ, ਉਹ ਇਹਨਾਂ ਕਾਨੂੰਨਾਂ ਦੇ ਰਾਹੀਂ ਸਾਹਮਣੇ ਆ ਗਿਆ। ਸਰਕਾਰ ਦੀ ਕਰਪਸ਼ਨ ਜਿਹੜੀ ਇਹਨਾਂ ਕਾਨੂੰਨਾਂ ਦੇ ਰਾਹੀਂ ਸਾਹਮਣੇ ਆ ਗਈ ਹੈ। ਮੇਰੀ ਬੇਨਤੀ ਹੈ ਕਿ ਸਰਕਾਰਾਂ ਬੜਾ ਜ਼ੋਰ ਲਾ ਰਹੀਆਂ ਇਸ ਅੰਦੋਲਨ ਨੂੰ ਤੋੜਨ ਵਾਸਤੇ, ਤੇ ਜੇ ਆਪਾਂ ਇਹ ਸਾਰੀਆਂ ਚੀਜ਼ਾਂ ਡੀਪਲੀ ਪੜ੍ਹੀਏ, ਸੁਣੀਏ, ਤੇ ਜਿਹੜੀਆਂ ਸਾਡੇ ਜਥੇਬੰਦੀਆਂ ਮੋਹਰੇ ਹੋ ਕੇ ਉੱਥੇ ਕੰਮ ਕਰ ਰਹੀਆਂ, ਜਿਹੜੇ ਬੰਦੇ ਉੱਥੇ ਸ਼ਹੀਦ ਹੋਏ ਆ, ਮੈਂ ਉਹਨਾਂ ਨੂੰ ਵੀ ਨਮਸਕਾਰ ਕਰਦਾ, ਉਹਨਾਂ ਨੂੰ ਵੀ ਨਮਨ ਕਰਦਾ। ਜਿਹੜੇ ਸ਼ਹੀਦ ਹੈ ਮੈਂ ਤਾਂ ਉਹਨਾਂ ਨੂੰ ਸ਼ਹੀਦ ਹੀ ਕਹਾਂਗਾ, ਉਹਨਾਂ ਨੂੰ ਮੈਂ ਨਮਸਕਾਰ ਕਰਦਾ। ਤੇ ਜਿਹੜੇ ਬੰਦੇ ਉੱਥੇ ਅਜੇ ਡਟ ਕੇ ਬੈਠੇ ਹੈ ਤੇ ਉਹਨਾਂ ਨੂੰ ਵੀ ਮੈਂ ਬੇਨਤੀ ਕਰੂੰਗਾ ਕਿ ਉਹ ਘੱਟੋ ਘੱਟ ਜਿਹੜੇ ਐਕਟ ਹੈ ਆਪ ਖੁਦ ਪੜ੍ਹੋ, ਇਕੱਲਾ ਮੇਰੇ ਦੇ ਉੱਤੇ ਯਕੀਨ ਨਾ ਕਰੋ, ਆਪ ਖੁਦ ਪੜ੍ਹੋ ਜਾਂ ਕਿਸੇ ਕੋ ਪੜ੍ਹਵਾਓ, ਜਿਹੜਾ ਕੋਈ ਨਹੀਂ ਬੰਦਾ ਪੜ੍ਹ ਸਕਦਾ, ਕਿਸੇ ਕੋ ਪੜ੍ਹਵਾ ਕੇ ਇਹ ਚੀਜ਼ ਸਮਝਣ ਦੀ ਕੋਸ਼ਿਸ਼ ਕਰੋ ਕਿ ਕਿੱਦਾਂ ਹੁਣ ਹੋ ਕੀ ਸਕਦਾ ਹੈਗਾ। ਕੋਈ ਵੀ ਗਲਤ ਬਿਆਨਬਾਜ਼ੀ ਆਪਾਂ ਨਾ ਕਰੀਏ, ਹੋਰ ਨਾਲ ਮੁੱਦੇ ਇਹਦੇ ਵਿੱਚ ਨਾ ਜੋੜੀਏ। ਜੇ ਹੋਰ ਮੁੱਦੇ ਜੋੜਾਂਗੇ ਤੇ ਫਿਰ ਇਹ ਚੀਜ਼ ਜਿਹੜੀ ਅਲਟੀਮੇਟਲੀ ਸਾਡੀ ਜਿਹੜੀ ਮੰਗ ਹੈ ਸਾਡੀ ਮੰਗ ਜਿਹੜੀ ਉਹ ਖਿਲਰਦੀ ਜਾਣੀ ਹੈ ਤੇ ਸਰਕਾਰਾਂ ਦੇ ਅੱਗੇ ਚਾਹੁੰਦੀਆਂ ਵਾ। ਸਰਕਾਰਾਂ ਦਾ ਜੇ ਥੋੜ੍ਹਾ ਜਿਹਾ ਬੈਕਗਰਾਊਂਡ ਹਿਸਟਰੀ ਦੇਖੀਏ ਤੇ ਸਾਡੀਆਂ ਸਰਕਾਰਾਂ ਨੇ ਬਹੁਤ ਧੱਕੇ ਕੀਤੇ ਹੈ। 1947 ਤੋਂ ਬਾਅਦ ਵਿੱਚ ਜੇ ਮੈਂ ਮੋਟੇ ਤੌਰ ਦੇ ਉੱਤੇ ਗੱਲ ਕਰਾਂ, ਸਰਕਾਰਾਂ ਨੇ ਜਿਹੜੇ ਫਰਾਂਸ ਦੇ ਕਬਜ਼ੇ ਦੇ ਵਿੱਚ ਕਈ ਦੇਸ਼ ਹੀ, ਜਿਹੜੇ ਲਾਗੇ ਗੋਆ ਪੁਰਤਗਾਲ ਦੇ ਅੰਡਰ ਗੋਆ ਹੀ, ਫਰਾਂਸ ਦੇ ਅੰਦਰ
ਸਿਲੰਡਰ ਵੀ ਕਈ ਹੈਗੇ ਸੀ, ਉਹ ਸਾਰੇ ਇਹਨਾਂ ਨੇ ਧੱਕੇ ਨਾਲ ਜਿੱਤੇ ਹੈ। ਇਹਨਾਂ ਨੇ ਪਾਕਿਸਤਾਨ ਦੇ ਵਿੱਚ, ਬੰਗਲਾਦੇਸ਼ ਦੇ ਵਿੱਚ ਆ ਕੇ ਧੱਕੇ ਦੇ ਨਾਲ ਇਹਨਾਂ ਨੇ ਜੋ ਵੀ ਪਾਕਿਸਤਾਨ ਦੀ ਬੰਗਲਾਦੇਸ਼ ਨੂੰ ਆਜ਼ਾਦ ਕਰਾਇਆ ਵਾ। ਉਸ ਤੋਂ ਬਾਅਦ ਵਿੱਚ ਇਹਨਾਂ ਨੇ ਜੂਨਾਗੜ੍ਹ ਰਿਆਸਤ ਜਿਹੜੀ ਆਜ਼ਾਦ ਸੀ, ਜੂਨਾਗੜ੍ਹ ਨੂੰ ਇਹਨਾਂ ਨੇ ਆਪਣੇ ਵਿੱਚ ਮਿਲਾਇਆ ਵਾ। ਜੰਮੂ ਐਂਡ ਕਸ਼ਮੀਰ ਨੂੰ ਉਸ ਵੇਲੇ ਧੱਕੇ ਨਾਲ, ਹੁਣ ਫਿਰ ਇਹਨਾਂ ਨੇ ਧੱਕੇ ਨਾਲ ਮਿਲਾਇਆ। ਤੇ ਇਹ ਸਰਕਾਰਾਂ ਜਿਹੜੀਆਂ ਹੁਣ ਦੇਖ ਲਓ, ਇਹ ਸਰਕਾਰਾਂ ਨੋਟਬੰਦੀਆਂ ਕੀਤੀਆਂ ਜੀ, ਇਹ ਕੀਤਾ ਉਹ ਕੀਤਾ, GST ਲਾਗੂ ਕੀਤਾ, ਬੜੇ ਕਾਨੂੰਨ ਜਿਹੜੇ ਕਿ ਪਬਲਿਕ ਦੇ ਉਲਟ ਜਾਂਦੇ ਸੀ ਉਹ ਇਹਨਾਂ ਨੇ ਧੱਕੇ ਨਾਲ ਲਾਗੂ ਕੀਤੇ ਹੈ। 1990 ਦੀ ਗੱਲ ਕਰੀਏ, 1990 ਦੇ ਵਿੱਚ ਇੱਕ ਆਇਆ ਸੀ OBC ਐਕਟ ਆਇਆ ਸੀ। OBC ਐਕਟ ਦੇ ਵਿੱਚ ਕੀ ਹੈ, ਉਸ ਵੇਲੇ ਜਨਰਲ ਕੈਂਡੀਡੇਟਾਂ ਨੇ ਬੜੇ ਬੜੇ ਕੋਠਿਆਂ ਤੇ ਚੜ੍ਹ ਕੇ ਬੜਾ ਆਤਮਦਾਹ ਕਰ ਲਿਆ ਸੀ, ਅੱਗਾਂ ਲਾ ਲਈਆਂ ਸੀ, ਪਰ ਇਹ ਸਰਕਾਰਾਂ ਨਹੀਂ ਸੀ ਝੁਕੀਆਂ। ਇਹ ਮੈਂ ਸਿਰਫ ਤਾਂ ਕਰਕੇ ਦੱਸ ਰਿਹਾ ਕਿ ਸਰਕਾਰਾਂ ਛੇਤੀ ਕਿਤੇ ਝੁਕਦੀਆਂ ਨਹੀਂ ਹੈ। ਜੇ ਕਿਤੇ ਕੋਈ ਐਸਾ ਮੌਕਾ ਆਵੇ ਕਿ ਜੇ ਕੋਈ ਅਮੈਂਡਮੈਂਟ ਦੇ ਨਾਲ ਜੇ ਇਹ ਕਹਿੰਦੇ ਆ ਕਿ ਠੀਕ ਹੈ ਕਿਸਾਨ ਸਾਡੇ ਨਾਲ ਗੱਲ ਕਰਨ, ਮੇਰੀ ਆਪਣੀ ਰਾਏ ਹੈ, ਇਹ ਮੈਂ ਕਿਸੇ ਦੇ ਉੱਤੇ ਇੰਪਲੀਮੈਂਟ ਨਹੀਂ ਕਰਦਾ, ਜੇ ਕੋਈ ਰਾਏ ਗਲਤ ਹੋਏਗੀ ਤਾਂ ਮੈਂ ਮਾਫੀ ਚਾਹੂੰਗਾ। ਤੇ ਕਹਿਣ ਫਿਰ ਉਹਨਾਂ ਨੂੰ ਕਹਿਣ ਠੀਕ ਹੈ ਜੀ, ਇਹ ਜੇ ਰਾਜ ਦਾ ਵਿਸ਼ਾ ਹੈ ਤਾਂ ਰਾਜ ਦੇ ਵਿੱਚ ਰਹਿਣ ਦਿਓ, ਰਾਜ ਦੇ ਵਿੱਚ ਰਹਿਣ ਦਿਓ। ਬਾਹਰਲੇ ਬੰਦੇ ਨੂੰ ਇੱਥੇ ਰਾਜ ਦੇ ਵਿੱਚ ਆ ਕੇ ਬਿਜ਼ਨਸ ਕਰਨ ਦੀ ਆਗਿਆ ਨਾ ਦਿੱਤੀ ਜਾਵੇ। ਬਾਕੀ ਥੋੜੀ ਜਿਹੜੀ ਆਸਤਾ ਜਿਵੇਂ ਕਿ APMC ਮੰਡੀਆਂ ਹੀ, ਜਿਹੜੀਆਂ ਮੰਡੀਆਂ ਉਹਨਾਂ ਦੇ ਵਿੱਚ ਫਸਲ ਲੈ ਕੇ ਜ਼ਿਮੀਂਦਾਰ ਜਾ ਰਹੇ ਆ, ਉਹਨਾਂ ਦੀ ਕੋਈ ਪਰਸੈਂਟੇਜ ਸੈੱਟ ਕਰ ਦਿੰਦੇ। ਪਹਿਲੇ 5 ਸਾਲ ਲਈ ਘੱਟੋ ਘੱਟ ਵੀ ਤੁਸੀਂ ਜੀ 70-80% APMC ਮੰਡੀਆਂ ਚੁੱਕੇਗੀਆਂ, ਬਾਕੀ 25% ਜਿਹੜੇ ਇੱਥੇ ਲੋਕਲ ਜਿਹੜਾ ਵਪਾਰੀ ਚੁੱਕੇਗਾ। ਸਟੇਟ ਦਾ ਜੇ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ 'ਚ, ਹਰਿਆਣਾ ਦੀ ਗੱਲ ਕਰੀਏ ਹਰਿਆਣਾ 'ਚ ਲੋਕਲ ਵਪਾਰੀ ਚੁੱਕੇਗਾ। ਹੁਣ ਲੋਕਲ ਵਪਾਰੀ ਚੁੱਕੇਗਾ ਤੇ ਉਹ ਇੱਥੇ ਕੋਈ ਲੋਕਲ ਕੰਮ ਕਰੇਗਾ, ਜਿੱਥੇ ਰਾਜ ਸਰਕਾਰ ਨੂੰ ਫਾਇਦਾ ਹੋਏਗਾ, ਉੱਥੇ ਕਈ ਬੱਚਿਆਂ ਨੂੰ ਨਵਾਂ ਰੋਜ਼ਗਾਰ ਮਿਲੇਗਾ, ਕਈਆਂ ਨੂੰ ਬਿਜ਼ਨਸ ਮਿਲਣਗੇ, ਇੱਥੇ ਹੀ ਡਿਵੈਲਪਮੈਂਟ ਹੋਏਗੀ। ਜਿਹੜਾ ਸਾਡੇ ਮਨਾਂ ਦੇ ਵਿੱਚ ਡਰ ਬੈਠਾ ਕਿ ਜਿਹੜੀਆਂ ਬਾਹਰ ਦੀਆਂ ਕੰਪਨੀਆਂ ਜਿਹੜਾ ਵੱਡਾ ਸਟਾਕੇਜ ਕਰਨਗੀਆਂ, ਉਹ ਵੀ ਜਿਹੜਾ ਖਤਮ ਹੋ ਜਾਂਦਾ। ਤੇ ਨੈਚੁਰਲੀ ਜਿਨ੍ਹਾਂ ਨੂੰ ਇਹਨਾਂ ਨੇ ਫਾਇਦਾ ਦੇਣ ਵਾਸਤੇ ਕੀਤਾ ਵਾ, ਰਿਲਾਇੰਸ ਵਰਗਿਆਂ ਨੂੰ ਕੀਤਾ ਵਾ, ਤੇ ਜੇ ਉਹੀ ਗੱਲ ਖਤਮ ਹੋ ਜਾਂਦੀ ਹੈ ਤੇ ਇਹਨਾਂ ਨੇ ਆਟੋਮੈਟਿਕ ਸਾਰਾ ਜਿਹੜਾ ਐਕਟ ਹੀ ਖਤਮ ਕਰ ਦੇਣਾ ਇਹਨਾਂ ਨੇ। ਤੇ ਜੇ ਕੋਈ ਇਦਾਂ ਦੀ ਗੱਲ ਹੁੰਦੀ ਤੇ ਆਪਾਂ ਇਦਾਂ ਦੀ ਡਿਮਾਂਡ ਅੱਗੇ ਰੱਖ ਸਕਦੇ ਹਾਂ। ਮੇਰੀ ਜਥੇਬੰਦੀਆਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ। ਬਾਕੀ ਸਿਆਣੇ ਨੇ ਉੱਥੇ, ਬੜੇ ਅੱਛੇ ਵਕੀਲ ਨੇ, ਬੜੇ ਅੱਛੇ ਉੱਥੇ ਪੜ੍ਹੇ ਲਿਖੇ ਸੂਝਵਾਨ ਪ੍ਰੋਫੈਸਰ ਬੰਦੇ ਬੈਠੇ ਨੇ। ਮੈਂ ਤਾਂ ਇੱਕ ਛੋਟਾ ਜਿਹਾ ਨੌਕਰੀ ਪੇਸ਼ੇ ਵਾਲਾ ਬੰਦਾ, ਮੇਰੀ ਕੋਈ ਸਲਾਹ ਨੂੰ ਥੋੜ੍ਹਾ ਜਿਹਾ ਸੁਣ ਲਿਓ, ਬਾਕੀ ਮਰਜ਼ੀ ਆਪਣੀ ਕਰਿਓ। ਇਸ ਤੋਂ ਇਲਾਵਾ ਜੇ ਮੈਂ ਇਹ ਗੱਲ ਕਰਾਂ ਕਿ ਇਹ ਜਿਹੜਾ ਪ੍ਰੋਗਰੈਸ ਸਲੋ ਹੋਣਾ ਚਾਹੀਦਾ ਸੀ, ਤੇ ਲਾਸਟ ਵਿੱਚ ਤੇ ਫਿਰ ਮੈਂ ਇਹੋ ਕਹੂੰਗਾ ਕਿ ਜੇ ਆਪਾਂ ਜੇ ਫਿਰ ਵੀ ਇਹਨਾਂ ਨੂੰ ਸਰਕਾਰਾਂ ਨੂੰ ਹਰਾਉਣਾ ਤੇ ਫਿਰ ਪਹਿਲੇ ਤੇ ਇਕਮੁੱਠ ਰਹੀਏ। ਆਪਸ ਦੀਆਂ ਗੱਲਾਂ ਨੂੰ ਅਸੀਂ ਪਿੱਛੇ ਕਰਕੇ, ਛੋਟੇ ਮੋਟੇ ਮਨ ਮਟਾਵਾਂ ਨੂੰ ਪਿੱਛੇ ਕਰਕੇ, ਪਾਰਟੀਬਾਜ਼ੀ ਨੂੰ ਪਿੱਛੇ ਕਰਕੇ, ਜਿਹੜੇ ਲੀਡਰ ਉੱਥੇ ਅੱਗੇ ਚੱਲ ਰਹੇ ਨੇ ਉਹਨਾਂ ਦਾ ਸਾਥ ਦੀਜੀਏ। ਤੇ ਸਾਥ ਦੇਣ ਦੇ ਨਾਲ ਸਾਡੇ ਮਨਾਂ ਦੇ ਵਿੱਚ ਇਹ ਹੋਵੇ ਕਿ ਅਸੀਂ ਉਹਨਾਂ ਦੀ ਸਪੋਰਟ ਕਰਨੀ ਹੈ, ਸਿਰਫ ਜਾ ਕੇ ਫੋਟੋ ਨਹੀਂ ਖਿਚਾਣੀ। ਕਿਉਂਕਿ ਚਲੋ ਜੇ ਤੇ ਜਿਹੜਾ ਬੰਦਾ ਸੇਵਾ ਕੋਈ ਕਰ ਰਿਹਾ ਉਹ ਤਾਂ ਠੀਕ ਹੈ, ਉੱਥੇ ਜਾ ਕੇ ਸੇਵਾ ਕਰ ਰਿਹਾ ਕਿਸੇ ਪ੍ਰਕਾਰ ਦੀ। ਜਿਹੜੇ ਕਈ ਬੰਦੇ ਮੈਂ ਦੇਖ ਰਿਹਾ ਸਿਰਫ ਉੱਥੇ ਜਾ ਰਹੇ ਆ, ਉੱਥੇ ਜਾ ਕੇ ਜੀ ਫੋਟੋ ਕਰਾ ਕੇ ਆ ਰਹੇ ਆ, ਤੇ ਕੋਈ ਐਡੀ ਵਧੀਆ ਗੱਲ ਨਹੀਂ ਮੈਂ ਉਹਨੂੰ ਸਮਝਦਾ। ਹਾਂ, ਉਹਨਾਂ ਨੂੰ ਜਿਹੜੇ ਉੱਥੇ ਬੰਦੇ ਬੈਠੇ, ਬਜ਼ੁਰਗ ਬੰਦੇ ਬੈਠੇ ਆ 15 20 ਕਿੰਨੇ ਦਿਨਾਂ ਤੋਂ, ਉਹਨਾਂ ਨੂੰ ਥੋੜ੍ਹੇ ਦਿਨ ਲਈ ਰੈਸਟ ਕੀਤੀ ਜਾਵੇ, ਉਹਨਾਂ ਨੂੰ ਪੰਜਾਬ ਭੇਜਿਆ ਜਾਵੇ। ਇੱਥੋਂ ਟਰਾਲੀਆਂ ਉੱਥੇ ਜਾਣ, ਕੋਈ ਜਿਹੜੀਆਂ ਉਹਨਾਂ ਵਾਸਤੇ ਬੱਸਾਂ ਲਾ ਦਿੱਤੀਆਂ ਜਾਣ ਕਿ ਕੁਛ ਬੰਦੇ ਆ ਰਹੇ ਆ, ਕੁਛ ਬੰਦੇ ਜਾ ਰਹੇ ਆ ਜੀ, ਜਿੰਨੇ ਬੰਦੇ ਆ ਰਹੇ ਆ ਉਸ ਤੋਂ ਵੱਧ ਉੱਥੇ ਜਾਣ। ਤੇ ਇਸ ਤਰੀਕੇ ਦੇ ਨਾਲ ਕੋਈ ਸਿਸਟਮ ਚੱਲੇ ਤੇ ਜਥੇਬੰਦੀਆਂ ਦਾ ਸਾਥ ਦੇ ਕੇ ਤੇ ਅਸੀਂ ਸਰਕਾਰਾਂ ਨੂੰ ਇਹ ਹਿਸਾਬ ਦੇ ਨਾਲ ਕਰੀਏ ਕਿ ਜਿਹੜਾ ਸਰਕਾਰਾਂ ਦਾ ਵੀ ਜਿਹੜਾ ਰੋਸ਼ ਹੈ ਜਿਹੜਾ ਇਹ ਵੀ ਖਤਮ ਹੋ ਜੇ, ਤੇ ਜਿਹੜਾ ਸਾਡੇ ਕਿਸਾਨਾਂ ਦਾ ਜਿਹੜਾ ਧੱਕਾ ਹੋ ਰਿਹਾ ਜਿਹੜਾ ਇਹ ਵੀ ਖਤਮ ਹੋ ਜੇ। ਤੇ ਜੇ ਕੋਈ ਵੱਧ ਘੱਟ ਗੱਲ ਹੋ ਗਈ ਹੋਵੇ ਤੇ ਮਾफ़ ਕਰਿਓ, ਇਹਨੂੰ ਪੂਰਾ ਸੁਣਿਓ। ਇਹਨੂੰ ਸੁਣ ਕੇ ਜੇ ਕਿਸੇ ਵੀ ਪ੍ਰਕਾਰ ਦੇ ਵਿੱਚ ਕੋਈ ਟੌਪਿਕ ਹੋਰ ਕਿਸੇ ਦੇ ਉੱਤੇ ਜੇ ਕੋਈ ਮੇਰਾ ਵੀਰ ਜੇ ਚਾਹੁੰਦਾ ਵਾ ਤੇ ਉਹ ਮੈਨੂੰ ਕਮੈਂਟ ਦੇ ਵਿੱਚ ਲਿਖ ਦੇਵੇ, ਤੇ ਕਮੈਂਟ ਦੇ ਵਿੱਚ ਲਿਖ ਕੇ ਮੈਂ ਉਸ ਦੇ ਉੱਤੇ ਵੀਡੀਓ ਬਣਾ ਸਕਦਾ ਵਾਂ। ਤੇ ਕਮੀ ਪੇਸ਼ੀ ਜੇ ਕੋਈ ਰਹਿ ਗਈ ਹੋਵੇ ਤੇ ਗਲਤੀ ਦੀ ਮਾफ़ੀ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।